ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਬਹੁਤ ਹੀ ਇੱਕ ਇੰਪੋਰਟੈਂਟ ਟੌਪਿਕ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ। ਕਦੀ ਕਵਾਰ ਜੋ ਹੈਡਲਾਈਨਸ ਹੁੰਦੀ ਹੈ, ਜੋ ਟੌਪਿਕਸ ਹੁੰਦੇ ਹੈ, ਜੋ ਕਰੰਟ ਨਿਊਜ਼ ਹੁੰਦੀ ਹੈ, ਉਹ ਤੋਂ ਹਟ ਕੇ ਕੁਝ ਇਹੋ ਜਿਹੇ ਟੌਪਿਕਸ ਸਾਨੂੰ ਤੁਹਾਡੇ ਨਾਲ ਸ਼ੇਅਰ ਕਰਨ ਦਾ ਮੌਕਾ ਮਿਲਦਾ ਹੈ ਜੋ ਡੇ ਟੂ ਡੇ ਨਿਊਜ਼ ਤੋਂ ਉੱਪਰ ਉੱਠ ਕੇ ਹੁੰਦੇ ਹੈ। ਇਹੋ ਜਿਹੇ ਕੁਝ ਟੌਪਿਕਸ ਹੁੰਦੇ ਆ ਜੋ ਡੇ ਟੂ ਡੇ ਨਿਊਜ਼ ਨੂੰ ਡਰਾਈਵ ਕਰਦੇ ਹੈ, ਜਿਨ੍ਹਾਂ ਉੱਤੇ ਨਾ ਕਿ ਸਿਰਫ ਇੱਕ ਅੱਧੀ ਵਾਰ ਗੱਲ ਹੁੰਦੀ ਹੈ ਬਟ ਪੂਰੀ ਫੀਲਡਸ ਆਫ ਐਕੈਡੈਮਿਕਸ ਐਂਡ ਰਿਸਰਚ ਡੈਡੀਕੇਟਡ ਹੁੰਦੀ ਹੈ, ਪੂਰੀ ਲਾਈਵਲੀਹੁੱਡਸ ਡਿਪੈਂਡੈਂਟ ਹੁੰਦੀਆਂ। ਐਂਡ ਅੱਜ ਦਾ ਜੋ ਟੌਪਿਕ ਹੈਗਾ ਉਹ ਇੱਕ ਇਹੋ ਜਿਹਾ ਹੈ ਜੋ ਡਾਇਰੈਕਟਲੀ ਆਪਾਂ ਕਹਿ ਸਕਦੇ ਹਾਂ ਲਿੰਕ ਕਰਦਾ ਹੈ ਪੰਜਾਬ ਨੂੰ ਅਮਰੀਕਾ ਦੇ ਨਾਲ। ਜਦੋਂ ਸਾਡੇ अर्ਲੀ ਜਨਰੇਸ਼ਨ, ਸਾਡੇ ਐਨਸੈਸਟਰਸ ਅਮਰੀਕਾ ਪਹੁੰਚੇ 100 ਤੋਂ ਵੱਧ ਸਾਲ ਪਹਿਲੇ, ਖਾਸ ਕਰਕੇ ਜੋ ਪੰਜਾਬ ਤੋਂ ਖੇਤੀਬਾੜੀ ਤੋਂ ਹਟ ਕੇ ਇੱਥੇ ਆਏ ਇੱਕ ਨਵੀਂ ਜ਼ਿੰਦਗੀ ਲਈ, ਇੱਕ ਨਵੀਂ ਓਪਰਚੁਨਿਟੀ ਲਈ, ਉਹਨਾਂ ਨੇ ਬਹੁਤ ਸਟਰਗਲ ਕੀਤੀ। ਬਟ ਕਿਤੇ ਨਾ ਕਿਤੇ ਜਾ ਕੇ, ਖਾਸ ਕਰਕੇ ਉਹ ਜੋ ਵੈਸਟ ਕੋਸਟ ਦੇ ਵਿੱਚ ਪਹੁੰਚੇ, ਉਹਨਾਂ ਨੂੰ ਇੱਕ ਇਹੋ ਜਿਹੀ ਓਪਰਚੁਨਿਟੀ ਦਿਸੀ ਜਿਸ ਤਰ੍ਹਾਂ ਪੰਜਾਬ ਵਿੱਚ ਜੋ ਲੈਂਡ ਸੀਗਾ ਉਹੋ ਜਿਹਾ ਲੈਂਡ ਦਿਸਿਆ ਅਤੇ ਉਹੋ ਜਿਹੀ ਹੀ ਇੱਕ ਐਗਰੀਕਲਚਰਲ ਉਹਨਾਂ ਨੂੰ ਓਪਰਚੁਨਿਟੀ ਦਿਸੀ। ਸੋ ਇਹ ਜੋ ਇੱਕ ਹਿਸਟੋਰੀਕਲ ਟਾਈ ਹੈਗੀ, ਸਾਡੇ ਪੁਰਾਣੇ ਜੋ ਇੱਥੇ ਆ ਕੇ ਵਸੇ ਹੋਏ ਸਾਡੇ ਬਜ਼ੁਰਗ, ਪਾਸਟ ਜਨਰੇਸ਼ਨਸ, ਅਤੇ ਅੱਜ ਦੀ ਡੇਟ ਦੇ ਵਿੱਚ ਜੋ ਉਸ ਟ੍ਰੈਡੀਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਹੈ, ਖਾਸ ਕਰਕੇ ਐਗਰੀਕਲਚਰ ਦੇ ਵਿੱਚ, ਉਹ ਜੋ ਲਿੰਕ ਹੈਗਾ ਅੱਜ ਉਹ ਲਿੰਕ ਬਹੁਤ ਖਤਰੇ 'ਚ ਹੈ। ਲਿੰਕ ਖਤਰੇ 'ਚ ਇਸ ਕਰਕੇ ਹੈ ਕਿਉਂਕਿ ਭਾਵੇਂ ਪੰਜਾਬ ਹੋਏ ਜਾਂ ਭਾਵੇਂ ਕੈਲੀਫੋਰਨੀਆ, ਫਾਰਮਿੰਗ ਐਂਡ ਐਗਰੀਕਲਚਰਲ ਪੂਰੀ ਇੰਡਸਟਰੀ ਇੱਕ ਕ੍ਰਾਈਸਿਸ ਫੇਸ ਕਰ ਰਹੀ ਹੈ ਇਨਵਾਇਰਮੈਂਟਲ ਅਤੇ ਐਕਨੋਮਿਕ ਫੈਕਟਰਸ ਨੂੰ ਲੈ ਕੇ। ਜਿਸ ਤਰ੍ਹਾਂ ਤੁਸੀਂ ਸਕਰੀਨ 'ਤੇ ਹੈਡਲਾਈਨਸ ਵੇਖ ਸਕਦੇ ਹੋ, ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਇਨਵਾਇਰਮੈਂਟਲ ਫੈਕਟਰਸ, ਜਿਸ ਤਰ੍ਹਾਂ ਡਰਾਊਟ ਕਿੰਨੇ ਸਾਲਾਂ ਤੋਂ ਵੱਧ ਰਿਹਾ ਹੈ, ਉਹ ਇਸ ਐਗਰੀਕਲਚਰਲ ਇੰਡਸਟਰੀ ਨੂੰ ਥ੍ਰੈਟਨ ਕਰ ਰਿਹਾ ਹੈ। ਇਨਫੈਕਟ ਰੀਸੈਂਟਲੀ ਇਹ ਨੰਬਰਸ ਰਿਪੋਰਟ ਹੋਏ ਹੈ ਦੈਟ ਪਿਛਲੇ ਸਾਲ ਦੀ ਡਰਾਊਟ ਕਰਕੇ $1.2 ਬਿਲੀਅਨ ਦੀ ਹਿੱਟ ਇਸ ਇੰਡਸਟਰੀ ਨੇ ਐਕਸਪੀਰੀਅੰਸ ਕੀਤੀ ਕੈਲੀਫੋਰਨੀਆ ਦੇ ਵਿੱਚ। ਐਂਡ ਵੱਡਾ ਸਵਾਲ ਇੱਥੇ ਇਹੀ ਉੱਠ ਰਿਹਾ ਹੈ ਕਿ ਕੀ ਜੋ ਫਾਰਮਸ ਹਨ, ਖਾਸ ਕਰਕੇ ਛੋਟੇ ਫਾਰਮਸ, ਕੀ ਉਹ ਇਸ ਤਰ੍ਹਾਂ ਦੀ ਤਰਾਸਦੀ ਨੂੰ ਸਹਿ ਸਕਦੇ ਹੈ, ਸਰਵਾਈਵ ਕਰ ਸਕਦੇ ਹੈ ਕਿ ਅਗਰ ਇਹ ਕੰਡੀਸ਼ਨਸ ਰਿਵਰਸ ਨਾ ਹੋਈਆਂ ਜਾਂ ਹੋਰ ਵਰਸਨ ਹੋਈਆਂ, ਹੋਰ ਵੀ ਗੰਭੀਰ ਹੋਈਆਂ, ਹੋਰ ਵੱਧ ਗਈਆਂ, ਅਤੇ ਕੀ ਬਣੂਗਾ ਇਨ ਛੋਟੇ ਫਾਰਮਰਸ ਦਾ, ਕੀ ਬਣੂਗਾ ਉਨ ਫੈਮਲੀਜ਼ ਦਾ ਜਿਨ੍ਹਾਂ ਨੇ ਕਿੰਨੇ ਸਦੀਆਂ ਤੋਂ, ਕਿੰਨੇ ਜਨਰੇਸ਼ਨਸ ਤੋਂ ਸਿਰਫ ਤਾਂ ਸਿਰਫ ਫਾਰਮਿੰਗ ਕੀਤੀ ਹੈ। ਇਹਦੇ ਵਿੱਚ ਸਾਡੀ ਕਮਿਊਨਿਟੀ ਵੀ ਆਉਂਦੀ ਹੈ। ਇਨਫੈਕਟ ਪੰਜਾਬੀਆਂ ਨੇ ਜਿਸ ਤਰ੍ਹਾਂ ਆਪ ਦੇ ਇਸ ਖੇਤੀਬਾੜੀ ਦੇ ਟ੍ਰੈਡੀਸ਼ਨ ਨੂੰ ਕਿੰਨੇ ਸਾਲਾਂ ਤੋਂ ਕਾਇਮ ਰੱਖਿਆ ਹੈ, ਇਸ ਮੁਲਕ ਦੇ ਵਿੱਚ ਵੀ ਕਾਇਮ ਰੱਖਿਆ ਹੈ, ਭਾਵੇਂ ਡਰਾਊਟ ਹੋਏ, ਭਾਵੇਂ ਡਿਸਕ੍ਰਿਮੀਨੇਸ਼ਨ ਹੋਏ, ਉਹ ਇਸ ਟ੍ਰੈਡੀਸ਼ਨ ਨੂੰ ਕਾਇਮ ਰੱਖ ਰਹੇ। ਅੱਜ ਉਹਨਾਂ ਦੀ ਜੋ ਸਥਿਤੀ ਇਸ ਵੇਲੇ ਡਿਵੈਲਪ ਹੋ ਰਹੀ ਹੈ ਉਹਦੇ ਉੱਤੇ ਗੱਲ ਕਰਾਂਗੇ। ਕੁਛ ਇਹੋ ਜਿਹੇ ਪਰਿਵਾਰਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਸਿਰਫ ਤਾਂ ਸਿਰਫ ਫਾਰਮਿੰਗ ਹੀ ਵੇਖੀ ਹੈ ਅਤੇ ਉਹ ਫਾਰਮਿੰਗ ਦੇ ਨਾਲ ਹੀ ਜੁੜੇ ਹੋਏ ਹੈ। ਬਟ ਉਨ ਪਰਿਵਾਰਾਂ ਦੀ ਕੰਡੀਸ਼ਨ ਨੂੰ ਸਮਝਣ ਲਈ ਸਾਨੂੰ ਇਸ ਫੀਲਡ ਬਾਰੇ ਇੱਕ ਐਕਸਪਰਟ, ਇੱਕ ਐਕੈਡੈਮਿਕ ਪੁਆਇੰਟ ਆਫ ਵਿਊ ਸੁਣਨਾ ਪੈਣਾ, ਸਮਝਣਾ ਪੈਣਾ ਹੈ। ਐਂਡ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਸ਼ਾਮ ਦੇ ਗੈਸਟ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ। ਜਦੋਂ ਅਸੀਂ ਐਕੈਡੈਮਿਕਸ ਦੀ ਗੱਲ ਕਰਦੇ ਹਾਂ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਐਗਰੀਕਲਚਰਲ ਸੈਕਟਰ ਦੇ ਵਿੱਚ, ਅੱਜ ਸਾਡੇ ਗੈਸਟ ਇਹ ਸਾਰੀ ਵੈਲਥ ਆਫ ਨੌਲੇਜ ਲੈ ਕੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਹੈ। ਜੁਆਇਨਿੰਗ ਅਸ ਫਰਮ ਦ ਗ੍ਰੇਟ ਸਟੇਟ ਆਫ ਕੈਲੀਫੋਰਨੀਆ ਅੱਜ ਸ਼ਾਮ ਦੇ ਸਾਡੇ ਗੈਸਟ, ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਡਾਕਟਰ ਗੁਰੀਤ ਬਰਾੜ। ਸਭ ਤੋਂ ਪਹਿਲੇ ਡਾਕਟਰ ਬਰਾੜ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਸ਼ਮਿਤਾ ਜੀ, ਬਹੁਤ ਬਹੁਤ ਮਿਹਰਬਾਨੀ।
So good to have you, Dr. Brar. मैं quickly viewers ਨੂੰ ਤੁਹਾਡੀ introduction ਦੇਣਾ ਚਾਹੁੰਦੀ ਹਾਂ. Currently, you're assistant professor in the Department of Plant Science at the California State University in Fresno. ਤੁਸੀਂ College of Agricultural Science and Technology ਦੇ ਵਿੱਚ ਕੰਮ ਕਰਦੇ ਹੋ. You have a professorship in pistachio physiology and horticulture. But more importantly, you are the author of a book, ਜਦੋਂ ਦਰਿਆ ਸੁੱਕਦੇ ਨੇ, when the rivers run dry. ਜਦੋਂ ਅਸੀਂ drought ਦੀ ਗੱਲ ਕਰਦੇ ਹਾਂ, ਪਾਣੀ ਦੀ ਕਮੀ ਦੀ ਗੱਲ ਕਰਦੇ ਹਾਂ, ਭਾਵੇਂ ਉਹ ਪੰਜਾਬ ਹੋ ਜਾਂ ਕੈਲੀਫੋਰਨੀਆ, ਇਹ ਥੀਮਸ ਪੈਰਲਲ ਹਨ. ਐਂਡ ਇਸ ਕੰਮ ਨੂੰ ਲੈ ਕੇ ਤੁਸੀਂ ਇੱਕ ਨਾਨ ਪ੍ਰੋਫਿਟ ਵੀ ਸ਼ੁਰੂ ਕੀਤੀ ਹੈ, ਫਾਰਮਸ ਆਰ ਅਸ. ਸੋ ਦੇਰ ਇਜ਼ ਅ ਲੋਟ ਟੂ ਟਾਕ ਅਬਾਊਟ. ਡਾਕਟਰ ਬਰਾੜ, ਤੁਹਾਡੇ ਨਾਲ ਮੈਨੂੰ ਨਹੀਂ ਲੱਗਦਾ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਸਾਰੇ ਟੌਪਿਕਸ ਕਵਰ ਕਰ ਸਕਦੇ ਹਾਂ ਇਨ ਡੈਪਥ, ਬਟ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ. ਸਭ ਤੋਂ ਪਹਿਲੇ ਡਾਕਟਰ ਬਰਾੜ, ਅਗਰ ਤੁਸੀਂ ਨਟਸ਼ੈਲ ਦੇ ਵਿੱਚ ਕੁਝ ਸੈਂਟੈਂਸਿਸ ਦੇ ਵਿੱਚ ਸਾਨੂੰ ਦੱਸਣਾ ਹੋਏ, ਕੀ ਸਥਿਤੀ ਹੈ ਇਸ ਵੇਲੇ ਕੈਲੀਫੋਰਨੀਆ ਦੀ ਐਗਰੀਕਲਚਰਲ ਇੰਡਸਟਰੀ ਦੀ, ਖਾਸ ਕਰਕੇ ਜਿੱਥੇ ਸਾਡੀ ਪੰਜਾਬੀ ਕਮਿਊਨਿਟੀ ਦੀ ਗੱਲ ਆਉਂਦੀ ਹੈ? ਜੀ, ਜਿਸ ਤਰ੍ਹਾਂ ਦੇਖਿਆ ਜਾਵੇ, ਆਪਾਂ ਪਹਿਲਾਂ ਪੰਜਾਬ ਦੀ ਜਦੋਂ ਗੱਲ ਕਰਦੇ ਤਾਂ ਪੰਜਾਬ ਨੂੰ ਇੰਡੀਆ ਦਾ ਕੈਲੀਫੋਰਨੀਆ ਕਹਿੰਦੇ ਹਾਂ. ਉਹ ਇਸੇ ਕਰਕੇ ਹੈ ਕਿਉਂਕਿ ਕੈਲੀਫੋਰਨੀਆ US ਦੇ ਵਿੱਚ ਮੋਹਰੀ ਹੈ ਐਗਰੀਕਲਚਰ ਟੈਕਨੋਲੋਜੀ ਨੂੰ ਲੈ ਕੇ. ਸੋ ਕੈਲੀਫੋਰਨੀਆ ਨੇ ਦੁਨੀਆ ਨੂੰ ਰਸਤਾ ਵਿਖਾਇਆ, ਪਰ ਪਿਛਲੇ ਕੁਝ ਦਹਾਕਿਆਂ ਤੋਂ ਜਿਵੇਂ ਜਿਵੇਂ ਕਲਾਈਮੇਟ ਚੇਂਜ ਦੇ ਇਫੈਕਟ ਸਾਡੇ ਸਾਹਮਣੇ ਆ ਰਹੇ ਆ, ਡਰਾਊਟਸ ਹੋਰ ਤੋਂ ਹੋਰ ਜ਼ਿਆਦਾ ਸੀਵੀਅਰ ਹੋ ਰਹੇ ਆ. ਪਹਿਲਾਂ 2014-15 ਦੇ ਵਿੱਚ ਕਾਫੀ ਸੀਵੀਅਰ ਡਰਾਊਟ ਆਇਆ, ਤਾਂ ਹੁਣ ਵੀ ਲਗਾਤਾਰ ਜਿਹੜਾ ਡਰਾਊਟ ਆ, ਹੁਣ 2021 ਵਾਲਾ ਸਾਲ ਵੀ ਸਾਡਾ ਸੁੱਕਾ ਲੰਘਿਆ. ਐਤਕੀ ਸਟੇਟ ਆਫ ਕੈਲੀਫੋਰਨੀਆ ਦੀ ਜਿਹੜੀ ਵਾਟਰ ਐਲੋਕੇਸ਼ਨਸ ਨੇ ਉਹ ਬਹੁਤੀਆਂ ਥਾਵਾਂ ਦੇ ਉੱਤੇ ਬਿਲਕੁਲ ਜ਼ੀਰੋ ਹੈ. ਸੋ ਫਾਰਮਰਸ ਨੂੰ ਗਰਾਊਂਡ ਵਾਟਰ ਪੰਪਿੰਗ ਦੇ ਉੱਤੇ ਰਿਲਾਈ ਕਰਨਾ ਪੈਣਾ. ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਇੱਕ ਡਿਫਰੈਂਟ ਗੇਅਰ ਪਾਉਣ ਦੀ ਲੋੜ ਹੈ. ਜਦੋਂ ਆਪਾਂ ਜਰਨੀ ਲੈਂਦੇ ਹਾਂ ਤਾਂ ਥੋੜ੍ਹੀ ਦੂਰ ਆਪਾਂ ਨੂੰ ਦੇਖਣਾ ਪੈਂਦਾ ਕਿ ਹੁਣ ਆਪਾਂ ਇੱਧਰ ਨੂੰ ਜਾ ਰਹੇ ਹਾਂ ਤਾਂ ਆਪਾਂ ਡਿਫਰੈਂਟ ਗੇਅਰ ਪਾਈਏ. ਸੋ ਉਹਦੇ ਵਿੱਚ ਸਾਨੂੰ ਇਹ ਸਮਝਣਾ ਪੈਣਾ ਕਿ ਅਸੀਂ ਇਸੇ ਤਰ੍ਹਾਂ ਇਹ ਜਾਰੀ ਨਹੀਂ ਰੱਖ ਸਕਦੇ ਜਿੱਦਾਂ ਅਸੀਂ ਸਾਡੀ ਪਾਣੀ ਦੇ ਉੱਤੇ ਨਿਰਭਰਤਾ ਹੈ. ਕੈਲੀਫੋਰਨੀਆ ਦੀ ਵਸੋਂ ਵੀ ਵੱਧ ਰਹੀ ਹੈ, ਸ਼ਹਿਰੀ ਵਸੋਂ ਦੀ ਵੀ ਨਿਰਭਰਤਾ, ਖੇਤੀਬਾੜੀ ਨੂੰ ਵੀ ਪਾਣੀ ਚਾਹੀਦਾ, ਔਰ ਨਾਲ ਦੀ ਨਾਲ ਸਾਡੇ ਕੋਲ ਸਨੋਫਾਲ ਉਹ ਘੱਟ ਰਹੀ ਹੈ. ਸੋ ਸਾਨੂੰ ਕਿਤੇ ਨਾ ਕਿਤੇ ਇਹ ਸੋਚਣਾ ਪੈਣਾ ਹੈ ਕਿ ਅਸੀਂ ਹੁਣ ਕਿਹੜੇ ਪਾਸੇ ਨੂੰ ਲੈਣੀ ਹੈ, ਕੰਜ਼ਰਵੇਸ਼ਨ ਵਾਲੇ ਪਾਸੇ ਨੂੰ ਚੱਲਣਾ ਹੈ. ਸੋ ਉਸ ਮੋੜ ਦੇ ਉੱਤੇ ਖੜੀ ਹੈ ਜੀ ਕੈਲੀਫੋਰਨੀਆ ਦੀ ਖੇਤੀਬਾੜੀ. ਡਾਕਟਰ ਬਰਾੜ, ਜਦੋਂ ਮੈਂ ਇਸ ਪ੍ਰੋਗਰਾਮ ਲਈ ਆਪ ਦੀ ਰਿਸਰਚ ਕਰ ਰਹੀ ਸੀ, ਇੱਕ ਪੁਰਾਣਾ ਆਰਟੀਕਲ ਨਿਕਲਿਆ ਜੋ ਕੈਲੀਫੋਰਨੀਆ ਦੀ ਪੰਜਾਬੀ ਫਾਰਮਰਸ ਦੇ ਬਾਰੇ ਇੱਕ ਹਿਸਟੋਰੀਕਲ ਪਰਸਪੈਕਟਿਵ ਨੂੰ ਰਿਸਰਚ ਕਰਕੇ ਸ਼ੇਅਰ ਕਰ ਰਿਹਾ ਸੀ. ਉਹ ਕਹਿੰਦਾ ਕਿ ਜਦੋਂ ਪੰਜਾਬੀ ਪਹਿਲੇ ਕੈਲੀਫੋਰਨੀਆ ਪਹੁੰਚੇ, ਉਹਨਾਂ ਨੇ ਕੁਝ ਇਹੋ ਜਿਹੀ ਟੈਕਨੀਕਸ ਯੂਜ਼ ਕੀਤੀ ਜੋ ਪੰਜਾਬ 'ਚ ਉਹਨਾਂ ਲਈ ਕਾਫੀ ਕਾਮਨ ਪਲੇਸ ਸੀਗੀਆਂ, ਭਾਵੇਂ ਉਹ ਇਰੀਗੇਸ਼ਨ ਦੀ ਹੋਣ, ਕਿਸ ਤਰ੍ਹਾਂ ਫਲ ਨੂੰ ਤੁਸੀਂ ਵੱਡੇ ਲੈਵਲ 'ਤੇ ਉਗਾ ਸਕਦੇ ਹੋ, ਇਹੋ ਜਿਹੀ ਟੈਕਨੀਕਸ ਯੂਜ਼ ਕੀਤੀਆਂ. ਐਂਡ ਜਦੋਂ ਅਸੀਂ ਇੱਕ ਪ੍ਰੋਗਰੈਸਿਵ ਫਾਰਮਿੰਗ ਅਪਰੋਚ ਦੀ ਗੱਲ ਕਰਦੇ ਹਾਂ, correct me if I'm wrong, ਕਿ ਅਗਰ ਕੋਈ ਕਮਿਊਨਿਟੀ ਇਸ ਏਰੀਆ ਦੇ ਵਿੱਚ ਇੱਕ ਲੀਡਰਸ਼ਿਪ ਦਾ ਰੋਲ ਲੈ ਸਕਦੀ ਹੈ, ਦੈਨ ਸ਼ਾਇਦ ਉਹ ਸਾਡੀ ਪੰਜਾਬੀ ਕਮਿਊਨਿਟੀ ਹੈਗੀ. ਦ ਨੰਬਰਸ ਸਰਟਨਲੀ ਸਪੋਰਟਡ. ਮੈਂ ਕੁਛ ਇਹ ਨੰਬਰਸ ਤੇ ਕੁਛ ਹੋਰ ਸਵਾਲ ਤੁਹਾਡੇ ਨਾਲ ਰੱਖਣਾ ਚਾਹੁੰਦੀ ਹਾਂ. ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ. ਡਾਕਟਰ ਗੁਰਦੀਪ ਬਰਾੜ ਸਾਡੇ ਨਾਲ ਜੁੜੇ ਹਨ. ਵਿਊਅਰਸ, ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ. ਲਾਈਵ ਪ੍ਰੋਗਰਾਮ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ. ਤੁਸੀਂ ਵੀ ਜ਼ਰੂਰ ਆਪ ਦੇ ਕੁਐਸਚਨਸ ਔਰ ਕਮੈਂਟਸ ਇਸ ਮੁੱਦੇ ਨੂੰ ਲੈ ਕੇ ਡਾਕਟਰ ਬਰਾੜ ਦੇ ਨਾਲ ਸ਼ੇਅਰ ਕਰ ਸਕਦੇ ਹੋ. ਬ੍ਰੇਕ ਤੋਂ ਪਾਰ. ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ. ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਲਾਈਵ. ਤੁਹਾਡੇ ਨਾਲ ਅੱਜ ਹਾਜ਼ਰ ਹੋਏ ਹਾਂ ਅਤੇ ਤੁਸੀਂ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਾਲ ਕਰਕੇ ਆਪ ਦੇ ਵਿਚਾਰ ਸਾਂਝੇ ਰੱਖ ਸਕਦੇ ਹੋ. ਕੈਲੀਫੋਰਨੀਆ ਦੀ ਜੋ ਐਗਰੀਕਲਚਰਲ ਇੰਡਸਟਰੀ ਹੈਗੀ, ਇਹ ਜੋ ਸੈਕਟਰ ਹੈ, it's a $54 billion a year industry, and ਇਹਦੇ ਨਾਲ ਜੁੜਿਆ ਹੋਇਆ additional related economic revenue $100 billion ਦੇ ਲਗਭਗ ਆਉਂਦਾ ਹੈ. ਸੋ ਇਸ ਇੰਡਸਟਰੀ ਨੂੰ ਲੈ ਕੇ, ਆਈ ਮੀਨ ਜਸਟ ਇਨ ਟਰਮਸ ਆਫ ਐਕਨੋਮਿਕ, ਅਗਰ ਅਸੀਂ ਨੰਬਰਸ ਦੀ ਗੱਲ ਕਰੀਏ, ਕੈਲੀਫੋਰਨੀਆ ਦੀ ਜੋ ਇਕੋਨਮੀ ਹੈਗੀ ਉਹਨੂੰ ਕਈ ਮੁਲਕਾਂ ਦੀ ਇਕੋਨਮੀ ਤੋਂ ਵੀ ਵੱਡਾ ਕਿਹਾ ਗਿਆ ਹੈ, ਐਂਡ ਉਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਇਹ ਐਗਰੀਕਲਚਰਲ ਇੰਡਸਟਰੀ. ਐਂਡ ਆਫ ਕੋਰਸ ਇਹਦੇ ਵਿੱਚ ਇੱਕ ਆਊਟਸਾਈਜ਼ ਰੋਲ ਪਲੇ ਕਰਦੇ ਹੈ ਉਹ ਪੰਜਾਬੀ ਫਾਰਮਰਸ, ਜੋ ਕਿੰਨੀ ਸਦੀਆਂ ਤੋਂ ਉਹ ਇੱਕ ਟ੍ਰੈਡੀਸ਼ਨ ਲੈ ਕੇ ਆਇਆ ਹੈ. ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗੁਰੂ ਨਾਨਕ ਦੇ ਟਾਈਮ ਤੋਂ ਵੀ ਪਹਿਲੇ ਐਗਰੀਕਲਚਰਲ ਇੱਕ ਬੇਸ ਸੀਗਾ ਇਸ ਕਮਿਊਨਿਟੀ ਲਈ, ਉਸੇ ਤਰ੍ਹਾਂ
ਕੈਲੀਫੋਰਨੀਆ ਦੇ ਵਿੱਚ ਇਹ ਕਮਿਊਨਿਟੀ ਫਾਰਮਿੰਗ ਦੇ ਵਿੱਚ ਇੱਕ ਵੱਡਾ ਰੋਲ ਪਲੇ ਕਰ ਰਹੀ ਹੈ। ਸਾਡੇ ਨਾਲ ਜੁੜੇ ਹਨ ਇਸ ਮੁੱਦੇ ਉੱਤੇ ਡਿਸਕਸ਼ਨ ਕਰਨ ਲਈ ਅਸਿਸਟੈਂਟ ਪ੍ਰੋਫੈਸਰ ਐਟ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫ੍ਰੈਜ਼ਨੋ ਡਾਕਟਰ ਗੁਰੀਤ ਬਰਾੜ। ਸਭ ਤੋਂ ਪਹਿਲੇ ਡਾਕਟਰ ਬਰਾੜ, ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਤੁਹਾਡੀ ਜੋ ਐਕਸਪਰਟੀਜ਼ ਹੈਗੀ ਇਸ ਮੁੱਦੇ ਦੇ ਵਿੱਚ ਇਹ ਅੱਜ ਦੀ ਡੇਟ ਦੇ ਵਿੱਚ ਇੰਨੀ ਰੈਲੇਵੈਂਟ ਹੈ, ਇੰਨੀ ਇਹਦੀ ਲੋੜ ਹੈਗੀ ਡਿਸਕਸ਼ਨ ਕਰਨ ਦੀ। ਇੱਕ ਪ੍ਰੋਗਰਾਮ ਦੇ ਨਾਲ ਬਿਲਕੁਲ ਕੁਛ ਨਹੀਂ ਸਰਨਾ, ਬਟ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ। ਡਾਕਟਰ ਬਰਾੜ, ਅਸੀਂ ਕੁਝ ਨੰਬਰਸ ਦੀ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲੇ। ਸੋ ਕੈਲੀਫੋਰਨੀਆ ਉਹਨਾਂ ਦੇ ਲਗਭਗ ਜੋ 2 ਲੱਖ ਪੰਜਾਬੀ ਅਮਰੀਕਨਸ ਜੋ ਰਫ ਐਸਟੀਮੇਟਸ ਹੈਗੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੈ, ਉਹਨਾਂ ਦੇ ਵਿੱਚੋਂ 1/4 ਐਗਰੀਕਲਚਰ ਰਿਲੇਟਡ ਕੰਮ ਦੇ ਨਾਲ ਜੁੜੇ ਹੋਏ ਹੈ। ਲਗਭਗ 3000 ਲੋਕੀ with ਪੰਜਾਬੀ ਬੈਕਗਰਾਊਂਡ, ਪੰਜਾਬੀ origins ਆਪ ਦੇ own farms ਕਰਦੇ ਹੈ, which is roughly about 10% of California state's 9.6 million acres of cropland। So ਅਗਰ ਅਸੀਂ ਨੰਬਰਸ ਦੀ ਗੱਲ ਕਰੀਏ, ਇੱਕ ਬਹੁਤ ਛੋਟੀ ਗਿਣਤੀ ਪੋਪੂਲੇਸ਼ਨ ਦੀ ਕੈਲੀਫੋਰਨੀਆ ਦੇ 10% ਫਾਰਮਲੈਂਡ ਨੂੰ ਓਨ ਕਰਦੀ ਹੈ, ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਪੰਜਾਬੀ ਅਮਰੀਕਨ ਓਨ ਫਾਰਮਸ ਪ੍ਰੋਡਿਊਸ ਓਵਰ half of the raisins and almonds in some of these counties, जो farming counties ਹਨ। ਸੋ ਇਹ numbers ਬਹੁਤ ਸਟੈਗਰਿੰਗ ਹੈਗੇ, ਬਹੁਤ ਮਾਇਨੇ ਰੱਖਦੇ ਹੈ। ਐਂਡ ਜਦੋਂ ਤੁਸੀਂ ਉਨ ਨੈਚੁਰਲ ਰਿਸੋਰਸ ਦੀ ਗੱਲ ਕਰਦੇ ਹੋ ਜੋ ਇਨ ਨੰਬਰਸ ਨੂੰ ਸਪੋਰਟ ਕਰਦੇ ਹੈ, ਖਾਸ ਕਰਕੇ ਜਿੱਥੇ ਪਾਣੀ ਦੀ ਅਸੀਂ ਗੱਲ ਕਰ ਰਹੇ ਸੀ, ਪਾਣੀ ਦੀ ਅਲੋਟਮੈਂਟ ਜਿੱਥੇ ਘੱਟ ਗਈ ਹੈ, ਕਈ ਥਾਵਾਂ 'ਤੇ ਤਾਂ ਬਿਲਕੁਲ ਹੀ ਖਤਮ ਹੋ ਗਈ ਕੁਝ ਫਾਰਮਸ ਲਈ, ਉਹਨਾਂ ਨੂੰ ਗਰਾਊਂਡ ਵਾਟਰ ਡਿਗ ਅਪ ਕਰਨ ਦੀ ਲੋੜ ਹੁਣ ਪੈ ਰਹੀ ਹੈ। ਤੁਸੀਂ ਇਸ ਚੀਜ਼ 'ਤੇ ਕਾਫੀ ਡੂੰਘੀ ਰਿਸਰਚ ਕੀਤੀ, ਕਿਤਾਬ ਵੀ ਇੱਕ ਲਿਖੀ ਹੈ ਜਦੋਂ ਦਰਿਆ ਸੁੱਕਦੇ ਨੇ। ਸਭ ਤੋਂ ਪਹਿਲੇ ਡਾਕਟਰ ਬਰਾੜ, ਇਸ ਕਿਤਾਬ ਦੇ ਵਿੱਚ ਤੁਹਾਡੀ ਕੀ ਕੁਝ ਫਾਈਂਡਿੰਗਸ ਰਹੀਆਂ ਹਨ, ਇਹਨਾਂ ਦੇ ਬਾਰੇ ਸਾਨੂੰ ਦੱਸੋ। ਜੀ, ਮੈਂ ਪਹਿਲਾਂ ਤਾਂ ਇਹ ਦੱਸ ਦਿਆਂ ਕਿ ਇਹ ਕਿਤਾਬ ਮੈਂ ਟਰਾਂਸਲੇਟ ਕੀਤੀ ਹੈ ਜੀ। ਫਰੈਡ ਪੀ ਦੀ ਵਰਲਡ ਰਿਨਾਊਨ ਬੁੱਕ ਹੈਗੀ ਹੈ ਵੈਨ ਦ ਰਿਵਰਸ ਰਨ ਡਰਾਈ। ਸੋ ਮੇਰੇ ਦਿਲ ਦੀ ਇੱਛਾ ਸੀ ਕਿ ਇਹ ਇੰਨੀ ਅਹਿਮ ਕਿਤਾਬ ਹੈ, ਐਡਾ ਅਹਿਮ ਵਿਸ਼ਾ ਹੈ ਕਿ ਸਾਰੇ ਪੰਜਾਬੀਆਂ ਨੂੰ ਇਹ ਪੜ੍ਹਨੀ ਚਾਹੀਦੀ ਹੈ। ਸੋ ਮੈਂ ਪੈਂਡੈਮਿਕ ਦੇ ਦੌਰਾਨ ਇਹਦੇ ਉੱਤੇ ਸਮਾਂ ਬਿਤਾਇਆ। ਸੋ ਦੁਨੀਆ ਭਰ ਦੇ ਦਰਿਆਵਾਂ ਦੀ ਦਾਸਤਾਨ ਹੈ ਕਿ ਅਸੀਂ ਦਰਿਆਵਾਂ ਨੂੰ ਤੇ ਹੋਰ ਜਲ ਸਰੋਤਾਂ ਨੂੰ ਕਿਸ ਤਰੀਕੇ ਨਾਲ ਵਰਤ ਰਹੇ ਹਾਂ, ਉਹਨਾਂ ਦੀ ਦੁਰਵਰਤੋਂ ਕਰ ਰਹੇ ਹਾਂ, ਔਰ ਸਾਨੂੰ ਕਿਹੜੀਆਂ ਚੀਜ਼ਾਂ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ। ਸੋ ਦੂਸਰੀ ਗੱਲ ਜਿਹੜੀ ਤੁਸੀਂ ਪੰਜਾਬੀ ਫਾਰਮਰਸ ਦੀ ਕੰਟਰੀਬਿਊਸ਼ਨ ਦੀ ਕੀਤੀ, ਮੈਂ ਉਹਦੇ ਵਿੱਚ ਇੱਕ ਖੂਬਸੂਰਤ ਖਿਆਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਤੁਸੀਂ ਨੰਬਰਸ ਬੋਲੇ, ਮੈਂ ਉਹਦੇ ਵਿੱਚ ਦੱਸਦਾ ਕਿ ਸੈਕਰਾਮੈਂਟੋ ਵੈਲੀ ਦੇ ਵਿੱਚ ਤਕਰੀਬਨ ਜਿਹੜੇ ਪੀਚ ਤੇ ਹੋਰ ਸਟੋਨ ਫਰੂਟ ਗਰੋਅਰਸ ਨੇ, ਉਹਨਾਂ ਵਿੱਚੋਂ 95% ਪੰਜਾਬੀ ਨੇ। ਵੈਲੀ ਦੇ ਵਿੱਚ ਗ੍ਰੇਪਸ ਗਰੋਅਰ ਨੇ ਜਿਹੜੇ 33% ਜਿਹੜੇ ਉਹ ਪੰਜਾਬੀ ਨੇ, ਤੇ ਨਟ ਕ੍ਰੌਪਸ, ਆਲਮੰਡ, ਪਿਸਟੈਸ਼ੀਓ ਦੇ ਵਿੱਚ ਤਕਰੀਬਨ 10 ਤੋਂ 15% ਉਹ ਪੰਜਾਬੀ ਫਾਰਮਰਸ ਕੋਲ ਹੈਗੇ ਜੀ। ਇਹਦਾ ਇੱਕ ਕੁਦਰਤੀ ਕਾਰਨ ਹੈ ਜੀ। ਇਹ ਜਿਹੜਾ ਖਿਆਲ ਹੈ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਜੀ, ਪੰਜਾਬੀ ਦੇ ਇੱਕ ਕਾਫੀ ਵੱਡੇ ਕਵੀ ਹੋਏ ਲਾਲ ਸਿੰਘ ਦਿਲ, ਉਹਨਾਂ ਦੀ ਕਵਿਤਾ ਮੈਂ ਪੜ੍ਹਿਆ, ਉਹਨਾਂ ਨੇ ਇੱਕ ਜ਼ਿਕਰ ਕੀਤਾ, ਉਹ ਕਹਿੰਦੇ ਵੀ ਪੰਜਾਬ ਦੀ ਇਤਿਹਾਸਕ, ਸੱਭਿਆਚਾਰਕ, ਸਮਾਜਿਕ ਤੰਦਰੁਸਤੀ ਦਾ ਕੀ ਰਾਜ਼ ਹੈ। ਕਿਉਂਕਿ ਭਾਰਤੀ ਜਿਹੜਾ ਆਯੁਰਵੈਦਿਕ ਸਿਸਟਮ ਹੈ ਉਹਦੇ ਵਿੱਚ ਇਹ ਮਾਨਤਾ ਹੈ ਕਿ ਕਿਸੇ ਵਿਅਕਤੀ ਦੀ ਤੰਦਰੁਸਤੀ ਦਾ ਕੀ ਰਾਜ਼ ਹੈ ਕਿ ਸਿਰ ਠੰਡਾ, ਪੇਟ ਨਰਮ ਤੇ ਪੈਰ ਗਰਮ ਹੋਣੇ ਚਾਹੀਦੇ ਆ। ਉਹ ਕਹਿੰਦੇ ਕਿ ਪੰਜਾਬ ਦਾ ਸਿਰ ਹਿਮਾਲਿਆ 'ਚ ਠੰਡਾ, ਪੰਜਾਬ ਦੇ ਮੱਧ ਦੇ ਵਿੱਚ ਜ਼ਰਖੇਜ਼ ਜ਼ਮੀਨਾਂ ਨੇ ਪੋਲੀਆਂ ਪੋਲੀਆਂ, ਤੇ ਪੈਰ ਰੇਗਿਸਤਾਨ 'ਚ ਨੇ। ਤੇ ਇਤਫਾਕ ਦੀ ਗੱਲ ਵੇਖੋ ਕਿ ਕੈਲੀਫੋਰਨੀਆ ਦਾ ਵੀ ਇਹੀ ਹਾਲ ਹੈ। ਕੈਲੀਫੋਰਨੀਆ ਦੇ ਵੀ ਉੱਤੇ ਸੀਅਰਾ ਨਿਵਾਡਾ ਦੇ ਮਾਊਂਟੇਨਸ ਨੇ, ਸੈਂਟਰਲ ਵੈਲੀ ਜ਼ਰਖੇਜ਼ ਜ਼ਮੀਨਾਂ ਨੇ, ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਰੇਗਿਸਤਾਨ ਹੈ। ਸੋ ਮੈਂ ਸਮਝਦਾ ਕਿ ਬੜਾ ਖੂਬਸੂਰਤ ਖਿਆਲ ਹੈ, ਔਰ ਪੰਜਾਬੀਆਂ ਦੇ ਕੈਲੀਫੋਰਨੀਆ ਨੂੰ ਲੈ ਕੇ ਜਿਹੜਾ ਪਿਆਰ ਹੈ, ਪੰਜਾਬ ਪਿਆਰ ਤੇ ਕੈਲੀਫੋਰਨੀਆ ਪਿਆਰ, ਇਹ ਇਹਦੀ ਦਾਸਤਾਨ ਬਿਆਨ ਕਰਦਾ ਜੀ। ਡਾਕਟਰ ਬਰਾੜ, ਇਸ ਪਿਆਰ ਨੂੰ, ਇਸ ਮੈਂ ਕਹਾਂਗੀ ਫਰਟਲ ਜੋ ਕੰਡੀਸ਼ਨਸ ਹਨ, ਇੱਕ ਇਹਨਾਂ ਦੇ ਵਿੱਚ ਇੱਕ ਮੇਲ ਹੈਗਾ, ਭਾਵੇਂ ਉਹ ਪੰਜਾਬ ਹੋਏ ਭਾਵੇਂ ਕੈਲੀਫੋਰਨੀਆ ਹੋਏ, ਐਂਡ ਇਹ ਕੋਈ ਚੰਗਾ ਮੇਲ ਨਹੀਂ ਹੈਗਾ। ਇਟਸ ਅ ਟ੍ਰੈਜਡੀ ਜੋ ਹੋ ਰਿਹਾ, ਜੋ ਪਾਣੀ ਦਾ ਇਸ਼ੂ ਹੈਗਾ ਪੰਜਾਬ ਦੇ ਵਿੱਚ, ਤਾਂ ਉਹਦੇ ਵਿੱਚ ਪੋਲੀਟੀਕਲ ਐਸਪੈਕਟਸ ਵੀ ਹੈਗੇ। ਬਟ ਅਗਰ ਅਸੀਂ ਕੈਲੀਫੋਰਨੀਆ ਦੀ ਹੀ ਗੱਲ ਕਰੀਏ, ਡਰਾਊਟਸ ਜੋ ਹਰ ਸਾਲ ਵੱਧ ਰਹੇ ਹੈ, ਹਰ ਸਾਲ ਵਰਸਨ ਹੋ ਰਿਹਾ ਹੈ, ਹਰ ਸਾਲ ਸਾਨੂੰ ਸੁਣਨ ਨੂੰ ਮਿਲਦਾ ਕੈਲੀਫੋਰਨੀਆ ਦੀ ਵਾਈਲਡ ਫਾਇਰਸ ਜ਼ਿਆਦਾ ਦੇਰ ਲਈ ਚੱਲਦੀਆਂ, ਜ਼ਿਆਦਾ ਵੱਡੇ ਏਰੀਆਜ਼ ਨੂੰ ਅਫੈਕਟ ਕਰਦੀਆਂ,
ਇਹਦੇ ਬਾਰੇ ਤੁਸੀਂ ਕੀ ਜਾਣਕਾਰੀ ਸ਼ੇਅਰ ਕਰ ਸਕਦੇ ਹੋ? ਜੀ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਕੈਲ ਸਟੇਟ ਫੈਜ਼ਨੋ ਦੇ ਵਿੱਚ ਮੇਰੀ ਲੈਬ ਦਾ ਮੁੱਖ ਫੋਕਸ ਵੀ ਇਹਨਾਂ ਚੀਜ਼ਾਂ ਦੇ ਉੱਤੇ ਹੈ। ਖਾਸ ਤੌਰ ਉੱਤੇ ਜਦੋਂ ਆਪਾਂ ਗੱਲ ਕਰਦੇ ਹਾਂ ਡਰਾਊਟਸ ਦੀ ਜਾਂ ਅੱਗਾਂ ਦੀ, ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਮੁੱਖ ਕਾਰਨ ਹੈਗਾ ਕਲਾਈਮੇਟ ਚੇਂਜ। ਜਿਵੇਂ ਕਹਿੰਦੇ ਹੁੰਦੇ ਆ ਕਿ ਹਾਥੀ ਕੇ ਪਾँव में सबका पाँव। ਸੋ ਉਹ ਕਲਾਈਮੇਟ ਚੇਂਜ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਉਹ ਆ ਜਾਂਦੀਆਂ ਨੇ। ਸੋ ਇਹਦੇ ਵਿੱਚ ਸਾਨੂੰ ਇਹ ਸਮਝਣਾ ਪੈਣਾ ਹੈਗਾ ਕਿ ਇਹ ਮਨੁੱਖ ਦੇ ਦੁਆਰਾ ਜਿੰਨੀਆਂ ਵੀ ਹਰਕਤਾਂ ਨੇ, ਅਸੀਂ ਪ੍ਰੈਸ਼ਰ ਹੈ ਜਿਹੜਾ ਸਾਡੇ ਨੈਚੁਰਲ ਰਿਸੋਰਸਿਸ ਦੇ ਉੱਤੇ ਵੱਧ ਰਿਹਾ ਹੈ, ਉਹਨੂੰ ਅਸੀਂ ਕਿਸ ਤਰੀਕੇ ਨਾਲ ਅੰਡਰਸਟੈਂਡ ਕਰਨਾ ਹੈ। ਔਰ ਮੈਂ ਇਹ ਸਮਝਦਾ ਹਾਂ, ਮੇਰਾ ਜਿਹੜਾ ਜਿੰਨੀ ਮੇਰੀ ਅੰਡਰਸਟੈਂਡਿੰਗ ਹੈ ਉਹਦੇ ਵਿੱਚ ਇਹ ਹੈ ਕਿ ਫਾਰਮਰਸ ਨੇ ਜਿਹੜੇ ਉਹ ਨੈਚੁਰਲ ਇਕੋਸਿਸਟਮ ਦੇ ਵਿੱਚ ਕੰਮ ਕਰਦੇ ਆਏ ਨੇ ਸਦੀਆਂ ਤੋਂ। ਸੋ ਇਹ ਜ਼ਰੂਰੀ ਨਹੀਂ ਹੈ ਕਿ ਫਾਰਮਰ ਇੰਡਸਟਰੀਅਲਾਈਜ਼ ਫਾਰਮਰ ਹੋ ਕੇ ਉਹ এনवायरमेंट ਤੋਂ ਦੂਰ ਹੋ ਜਾਵੇ। ਸੋ ਫਾਰਮਰ ਕੈਨ ਬੀ এনवायरमेंटलिस्ट। ਸੋ ਫਾਰਮਰਸ ਤੇ এনवायरमेंटलिस्ट ਉਹਨਾਂ ਨੂੰ ਇੱਕੋ ਪਲੇਟਫਾਰਮ ਦੇ ਉੱਤੇ ਲਿਆ ਕੇ ਇੱਕ ਮਿਕ ਕਰਕੇ ਅੱਗੇ ਵਧਣ ਦੀ ਲੋੜ ਹੈ। ਸੋ ਇਹ ਜਿਹੜਾ ਸਾਡਾ ਸਭ ਤੋਂ ਵੱਡਾ ਮੁੱਦਾ ਕਿ ਅਸੀਂ ਕਲਾਈਮੇਟ ਚੇਂਜ ਦੇ ਇਫੈਕਟਸ ਨੂੰ ਕਿਸ ਤਰੀਕੇ ਨਾਲ ਘੱਟ ਕਰਨਾ ਹੈ। ਪਰ ਤੁਸੀਂ ਪਾਣੀਆਂ ਪੰਜਾਬ ਦੇ ਵਿੱਚ ਵੀ ਇਹੀ ਹੈ, ਦੁਨੀਆ ਭਰ ਦੇ ਵਿੱਚ ਇਹੀ ਮੁੱਦੇ ਨੇ। ਜੀ ਡਾਕਟਰ ਬਰਾੜ, ਅਸੀਂ ਬਿਫੋਰ ਵੀ ਗੈਟ ਇਨਟੂ ਕਿ ਕੰਜ਼ਰਵੇਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ, ਖਾਸ ਕਰਕੇ ਇਨ ਨੈਚੁਰਲ ਰਿਸੋਰਸਿਸ ਦੀ, ਪਾਣੀ ਦੀ ਜਿੱਥੇ ਘਾਟ ਪੈ ਰਹੀ ਹੈ ਉੱਥੇ ਕੀ ਅਸੀਂ ਕਰ ਸਕਦੇ ਹਾਂ ਇੱਕ ਇੰਡੀਵਿਜੂਅਲ ਲੈਵਲ 'ਤੇ, ਇੱਕ ਵੱਡੇ ਲੈਵਲ 'ਤੇ ਵੀ। ਉਸ ਤੋਂ ਪਹਿਲੇ ਮੈਂ ਜ਼ਰੂਰ ਇੱਕ ਇੱਥੇ ਸਵਾਲ ਪੁੱਛਣਾ ਚਾਹਾਂਗੀ, ਬਿਕੋਜ਼ ਇਟਸ ਇੰਪੋਰਟੈਂਟ ਆਈ ਥਿੰਕ ਸਾਡੇ ਸਾਰਿਆਂ ਲਈ ਉਹ ਚੀਜ਼ ਨੂੰ ਸੋਚਣਾ ਕਿ ਅਗਰ ਅਸੀਂ ਕੋਈ ਬਦਲਾਵ ਨਹੀਂ ਲੈ ਕੇ ਆਉਂਦੇ ਕਿ ਸਾਡਾ ਫਿਊਚਰ, ਸਾਡੀ ਅਗਲੀ ਪੀੜ੍ਹੀ ਦਾ ਫਿਊਚਰ ਕਿਸ ਤਰ੍ਹਾਂ ਉਹ ਲੱਗੂਗਾ। ਵਾਟ ਡਜ਼ ਦ ਫਿਊਚਰ ਲੁੱਕ ਲਾਈਕ ਅਗਰ ਅਸੀਂ ਚੀਜ਼ਾਂ ਨੂੰ ਇਸ ਤਰ੍ਹਾਂ ਹੀ ਵਧਣ ਦਿੰਦੇ ਹਾਂ, ਕੋਈ ਚੇਂਜ ਨਹੀਂ ਲੈ ਕੇ ਆਉਂਦੇ। ਇਨਫੈਕਟ ਜੋ ਸਾਡੀ, ਜਿਸ ਤਰ੍ਹਾਂ ਤੁਸੀਂ ਕਿਹਾ, ਹਿਊਮਨ ਐਕਟੀਵਿਟੀ ਹੈਗੀ, ਮਨੁੱਖ ਦੀ ਐਕਟੀਵਿਟੀ ਹੈਗੀ, ਉਹਨੂੰ ਹੋਰ ਵਧਾ ਰਹੇ ਹਾਂ, ਗੱਡੀਆਂ ਹੋਰ ਲੈ ਰਹੇ ਹਾਂ, ਹੈ ਨਾ, ਇਹ ਚੀਜ਼ਾਂ ਕਰ ਰਹੇ ਹਾਂ। ਸੋ ਅਗਰ ਕੁਛ ਚੇਂਜ ਨਹੀਂ ਹੁੰਦਾ, ਵਾਟ ਡਜ਼ ਦ ਫਿਊਚਰ ਲੁੱਕ ਲਾਈਕ? ਜੀ, ਜੇ ਮੈਂ ਸਾਇੰਸ ਦੀ ਗੱਲ ਕਰਾਂ, ਦੇਖੋ ਪੋਲਿਟਿਕਸ ਨੂੰ ਆਪਾਂ ਪਾਸੇ ਰੱਖੀਏ ਕਿਉਂਕਿ ਇਹ ਮੁੱਦਾ ਜਿਹੜਾ ਕਾਫੀ ਪੋਲਿਟਿਕਸ ਦੀ ਡਿਬੇਟ ਦਾ ਕਾਰਨ ਬਣਦਾ। ਜੇ ਆਪਾਂ ਪੋਲਿਟਿਕਸ ਨੂੰ ਪਾਸੇ ਰੱਖੀਏ, ਜੇ ਮੈਂ ਸਾਇੰਸ ਦੀ ਗੱਲ ਕਰਾਂ ਤਾਂ ਸਾਇੰਸ ਇਸ ਦੀ ਐਵੀਡੈਂਸ ਨੂੰ ਸੁਜੈਸਟ ਕਰਦੀ ਹੈ ਕਿ ਕਲਾਈਮੇਟ ਚੇਂਜ ਜਿਹੜੀ ਮਨੁੱਖ ਦੀਆਂ ਜਿਹੜੀਆਂ ਯੂਜ਼ੇਜ ਨੇ ਰਿਸੋਰਸਿਸ ਦੀ, ਮਿਸਯੂਜ਼ ਹੈਗੀ ਆ, ਇਹਨਾਂ ਦੇ ਨਾਲ ਕਲਾਈਮੇਟ ਚੇਂਜ ਹੈ ਜਿਹੜੀ ਇਟ ਇਜ਼ ਰੀਅਲ, ਇਹ ਵਾਪਰ ਰਹੀ ਹੈ। ਸੋ ਇਹਦੇ ਵਿੱਚ ਕੁਝ ਚੀਜ਼ਾਂ ਦੇ ਵਿੱਚ ਆਪਾਂ ਨੂੰ ਆਪਣੇ ਤੌਰ ਤਰੀਕੇ ਬਦਲਣੇ ਪੈਣੇ ਨੇ, ਮੁਲਕਾਂ ਨੂੰ ਵੀ, ਕੰਪਨੀਜ਼ ਨੂੰ ਵੀ, ਸਮਾਜ ਦੇ ਪੱਧਰ ਤੇ ਸਾਨੂੰ ਆਪਣੇ ਪੱਧਰ ਤੇ, ਘਰੇਲੂ ਪੱਧਰ ਦੇ ਉੱਤੇ ਵੀ। ਸੋ ਜੇਕਰ ਅਸੀਂ ਇਹ ਨਹੀਂ ਬਦਲਦੇ, ਹੁਣ ਪਾਣੀ ਦੀ ਗੱਲ ਲੈ ਲਵੋ, ਪਾਣੀ ਹਜ਼ਾਰਾਂ ਸਾਲਾਂ ਤੋਂ ਜਿੰਨਾ ਪਾਣੀ ਧਰਤੀ ਦੇ ਵਿੱਚ, ਸਮੁੰਦਰਾਂ ਦੇ ਵਿੱਚ, ਹੇਠਾਂ ਵਾਤਾਵਰਨ ਦੇ ਵਿੱਚ ਮੌਜੂਦ ਹੈ, ਉਹ ਹਜ਼ਾਰਾਂ ਸਾਲਾਂ ਤੋਂ ਇੱਕ ਵੀ ਬੂੰਦ ਉਹਦੇ ਵਿੱਚ ਵਧੀ ਨਹੀਂ ਤੇ ਇੱਕ ਵੀ ਬੂੰਦ ਉਹਦੇ ਵਿੱਚ ਘਟੀ ਨਹੀਂ। ਪਰ ਫਿਰ ਵੀ ਤੁਸੀਂ ਇਹ ਦੇਖੋ ਕਿ ਉਹ ਪਾਣੀ ਦੀ ਕਿੱਲਤ ਕਿਉਂ ਹੈ? ਕਿਉਂਕਿ ਉਹ ਜਿਹੜਾ ਉਹ ਸਹੀ ਸਥਾਨ ਦੇ ਉੱਤੇ, ਸਹੀ ਮਾਤਰਾ ਦੇ ਵਿੱਚ ਤੇ ਸਹੀ ਕੰਡੀਸ਼ਨ ਦੇ ਵਿੱਚ ਸਾਨੂੰ ਉਪਲਬਧ ਨਹੀਂ ਹੈਗਾ। ਇਸੇ ਕਰਕੇ ਉਹ ਵੇਸਟੇਜ ਹੈ ਜਿਹੜੀ ਉਹ ਆਪਾਂ ਪੀ ਨਹੀਂ ਸਕਦੇ ਜਾਂ ਉਹਨਾਂ ਨੂੰ ਵਰਤ ਨਹੀਂ ਸਕਦੇ। ਸੋ ਆਪਾਂ ਨੂੰ ਇੰਡੀਵਿਜੂਅਲ ਫੁੱਟਪ੍ਰਿੰਟ ਹੈ ਜਿਹੜਾ ਪਾਣੀ ਦਾ, ਜੇ ਆਪਾਂ ਖਾਣੇ ਦੀ ਗੱਲ ਹੀ ਕਰੀਏ, ਜੇ ਇੱਕ ਦੁੱਧ ਦਾ 1 ਕੱਪ ਆਪਾਂ ਪੀਂਦੇ ਹਾਂ ਤਾਂ ਉਹਦੇ ਪਿੱਛੇ 500 ਲੀਟਰ ਪਾਣੀ ਲੱਗਿਆ ਹੁੰਦਾ। ਇੱਕ ਖੰਡ ਦਾ ਚਮਚਾ, ਜਿਹੜਾ ਚੀਨੀ ਦਾ 1 ਚਮਚ ਆ, ਉਹਦੇ ਮਗਰ 1 ਲੀਟਰ ਪਾਣੀ ਲੱਗਦਾ ਜੀ। ਇੱਕ ਆਪਾਂ ਜਿਹੜਾ ਸਟੇਕ ਦਾ ਮੀਟ ਦਾ ਪੀਸ ਖਾਂਦੇ ਹਾਂ, 5000 ਲੀਟਰ ਪਾਣੀ ਇੱਕ ਪੀਸ ਦੇ ਮਗਰ ਲੱਗਦਾ ਹੈ। ਇੱਦਾਂ ਹੀ ਕੌਫੀ ਦਾ 1 ਕੱਪ ਹੈ, ਜਿਹੜੀ ਅੱਧਾ ਕਿਲੋ ਕੌਫੀ ਹੈ, ਉਹ 10,000 ਲੀਟਰ ਪਾਣੀ ਜਿਹੜੀ ਆ ਉਹ ਵਰਤਦੀ ਹੈ। ਸੋ ਜੇਕਰ ਆਪਾਂ ਇੰਡੀਵਿਜੂਅਲ ਤੌਰ ਦੇ ਉੱਤੇ ਗੱਲ ਕਰੀਏ ਤਾਂ ਮਿਨੀਮਲਿਸਟ ਲਾਈਫ ਸਟਾਈਲ ਹੈ ਜਿਹੜਾ ਉਹ ਆਪਾਂ ਨੂੰ ਦੇਖਣਾ ਪੈਣਾ। ਖਾਸ ਤੌਰ ਦੇ ਉੱਤੇ ਪੱਛਮ ਦੇ ਵਿੱਚ ਬੈਠੇ ਆਪਾਂ ਉਪਭੋਗਤਾਵਾਦ ਦੇ ਵਿੱਚ ਰਹਿੰਦੇ ਹਾਂ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਅੰਡਰਸਟੈਂਡ ਕਰਨਾ ਪੈਣਾ ਜੇ ਆਪਾਂ ਫਿਊਚਰ ਨੂੰ ਅੱਗੇ ਵਧੀਆ ਤਰੀਕੇ ਨਾਲ ਆਪਣੇ ਬੱਚਿਆਂ ਨੂੰ, ਮਤਲਬ ਜਿਸ ਤਰ੍ਹਾਂ ਸਾਡੇ ਬਜ਼ੁਰਗ ਰਹਿੰਦੇ ਸੀ, ਉਹ ਸਾਦਗੀ ਦੀ ਜ਼ਿੰਦਗੀ, ਉਹੀ ਸਾਨੂੰ ਕਿਤੇ ਨਾ ਕਿਤੇ ਅਪਣਾਉਣੀ ਪੈਣੀ ਹੈ ਵਾਤਾਵਰਨ ਦੇ ਲਈ, ਅਗਲੀ ਪੀੜ੍ਹੀਆਂ ਲਈ, ਰਿਸੋਰਸਿਸ ਨੂੰ ਕੰਜ਼ਰਵ ਕਰਨ ਲਈ। ਡਾਕਟਰ ਬਰਾੜ, ਇਹ ਤਾਂ ਇੱਕ ਮੈਂ ਕਹਾਂਗੀ ਇੱਕ ਡਾਇਰ ਪ੍ਰੈਡਿਕਸ਼ਨ ਹੈਗੀ। ਆਈ ਰੀਅਲੀ ਲਾਈਕ ਜੋ ਤੁਸੀਂ ਇਹ ਪੁਆਇੰਟ ਇੱਥੇ ਡਿਸਟਿੰਗੁਇਸ਼ ਕੀਤਾ ਕਿ ਸਾਇੰਸ ਨੂੰ ਪੋਲਿਟਿਕਸ ਤੋਂ ਪਰੇ ਰੱਖ ਕੇ ਸਾਨੂੰ ਇਸ ਚੀਜ਼ ਬਾਰੇ ਗੱਲ ਕਰਨੀ ਚਾਹੀਦੀ ਹੈ। ਇਟ ਰਿਮਾਈਂਡਸ ਮੀ ਆਫ
ਕੋਵਿਡ ਰਾਈਟ, ਜਦੋਂ ਕੋਵਿਡ ਦੀ ਪਹਿਲੇ ਪਬਲਿਕ ਹੈਲਥ ਕ੍ਰਾਈਸਿਸ ਸ਼ੁਰੂ ਹੋਈ ਸੀ, ਸਾਰੇ ਰਿਸਰਚਰਸ ਮੈਡੀਕਲ ਪ੍ਰੋਫੈਸ਼ਨਲਸ ਇਹੀ ਕਹਿ ਰਹੇ ਸੀ ਕਿ ਪੋਲੀਟਿਕਲੀ ਤੁਸੀਂ ਜੋ ਕਰਨਾ ਹੈ ਕਰ ਲਓ, ਬਟ ਜੋ ਸਾਇੰਸ ਸਾਨੂੰ ਦੱਸ ਰਹੀ ਹੈ ਉਹ ਬਹੁਤ ਸਿੰਪਲ ਹੈ, ਮਾਸਕਸ ਪਾਓ, ਵੈਕਸੀਨਸ ਲਵਾਓ, ਇੱਕ ਦੂਜੇ ਤੋਂ ਦੂਰ ਰਹੋ। ਬਟ ਕਿਤੇ ਨਾ ਕਿਤੇ ਪੋਲੀਟਿਕਸ ਵਿੱਚ ਇਸ ਕਨਵਰਸੇਸ਼ਨ ਦੇ ਆਈ ਜਾਂਦੇ। ਅਤੇ ਅਗਰ ਅਸੀਂ ਐਨਵਾਇਰਨਮੈਂਟ ਦੀ ਗੱਲ ਕਰ ਰਹੇ ਹਾਂ, ਕਲਾਈਮੇਟ ਚੇਂਜ ਦੀ ਗੱਲ ਕਰ ਰਹੇ ਹਾਂ, that is a $1 trillion industry ਜੋ ਅਫੈਕਟ ਹੋ ਸਕਦੀ ਹੈ ਅਗਰ ਕਲਾਈਮੇਟ ਚੇਂਜ ਨੂੰ ਅਸੀਂ ਇੱਕ ਸਾਇੰਟੀਫਿਕ ਅਪਰੋਚ ਤੋਂ ਸੀਰੀਅਸਲੀ ਲੈਂਦੇ ਹਾਂ। ਸੋ ਡੈਫੀਨਿਟਲੀ ਰੈਜ਼ਿਸਟੈਂਸ ਉਸ ਏਰੀਆ ਦੇ ਵਿੱਚ ਬਹੁਤ ਵੇਖਣ ਨੂੰ ਮਿਲੇਗੀ, ਖਾਸ ਕਰਕੇ ਪੋਲੀਟਿਕਲੀ। ਬਟ ਇਨ ਐਨੀ ਕੇਸ ਅਸੀਂ ਕਾਫੀ ਕੁਝ ਕਰ ਸਕਦੇ ਹਾਂ, ਖਾਸ ਕਰਕੇ ਜਿੱਥੇ ਯੂਥ ਦੀ ਗੱਲ ਆਉਂਦੀ ਹੈ, ਐਂਡ ਤੁਸੀਂ ਯੂਥ ਨੂੰ ਜੋੜਨ ਲਈ ਵੀ ਕੁਝ ਕੰਮ ਕਰ ਰਹੇ ਹੋ। ਡਾਕਟਰ ਬਰਾੜ, ਮੈਂ ਜ਼ਰੂਰ ਤੁਹਾਡੇ ਨਾਲ ਉਸ ਚੀਜ਼ ਬਾਰੇ ਵੀ ਗੱਲ ਕਰਨਾ ਚਾਹਾਂਗੀ, ਬਿਕੋਜ਼ ਇਹ ਵੀ ਇੱਕ ਤਰਾਸਦੀ ਹੈਗੀ ਕਮਿਊਨਿਟੀ ਦੀ, ਪੰਜਾਬੀਆਂ ਦੀ, ਜੋ ਕਾਮਨ ਥੀਮਸ ਹਨ, ਭਾਵੇਂ ਉਹ ਪੰਜਾਬ 'ਚ ਹੋਏ ਜਾਂ ਕੈਲੀਫੋਰਨੀਆ 'ਚ, ਜੋ ਪਰਿਵਾਰਿਕ ਤੌਰ 'ਤੇ ਖੇਤੀਬਾੜੀ 'ਚ ਲੱਗੇ ਹੋਏ ਹੈ, ਕਿਤੇ ਨਾ ਕਿਤੇ ਜਾ ਕੇ ਉਹਨਾਂ ਦੀ ਅਗਲੀ ਜਨਰੇਸ਼ਨਸ, ਉਹਨਾਂ ਦੇ ਜੋ ਨੌਜਵਾਨ ਬੱਚੇ ਹੁੰਦੇ ਹੈ, ਉਹ ਕਿਸੇ ਹੋਰ ਪ੍ਰੋਫੈਸ਼ਨ ਵਿੱਚ ਲੱਗਦੇ ਜਾਂ ਸ਼ਾਇਦ ਉਸ ਲੈਗੇਸੀ ਨੂੰ, ਉਸ ਵਿਰਾਸਤ ਨੂੰ ਅੱਗੇ ਨਹੀਂ ਕੈਰੀ ਕਰਦੇ। ਸੋ ਇਹਦੇ ਬਾਰੇ ਵੀ ਮੈਂ ਗੱਲ ਕਰਨਾ ਚਾਹੁੰਦੀ। ਇੱਕ ਹੋਰ ਬ੍ਰੇਕ ਲਈ ਇੱਥੇ ਟਾਈਮ ਹੋ ਗਿਆ। ਡਾਕਟਰ ਬਰਾੜ, ਪਲੀਜ਼ ਸਟੇ ਵਿਦ ਅਸ। ਵਿਊਅਰਸ, ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ, ਅਸੀਂ ਗੱਲ ਇਸੇ ਤਰ੍ਹਾਂ ਜਾਰੀ ਰੱਖਾਂਗੇ, ਲਾਈਵ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਉਸ ਪਾਰ। ਮੁੜ ਹਾਜ਼ਰ ਹੋਏ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਲਾਈਵ ਤੁਹਾਡੇ ਨਾਲ ਅੱਜ ਇਹ ਪ੍ਰੋਗਰਾਮ ਪੇਸ਼ ਕਰ ਰਹੇ। ਸਾਡੇ ਨਾਲ ਜੁੜੇ ਹਨ ਕੈਲੀਫੋਰਨੀਆ ਤੋਂ ਅਸਿਸਟੈਂਟ ਪ੍ਰੋਫੈਸਰ ਐਟ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫ੍ਰੈਜ਼ਨੋ, ਡਾਕਟਰ ਗੁਰੀਤ ਬਰਾੜ। ਇੱਕ ਵਾਰੀ ਫਿਰ ਡਾਕਟਰ ਬਰਾੜ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਹਾਂ। ਡਾਕਟਰ ਬਰਾੜ, ਸਾਡੀ ਕਨਵਰਸੇਸ਼ਨ ਇੱਕ ਹਾਈ ਲੈਵਲ 'ਤੇ ਅਸੀਂ ਕਾਫੀ ਟੌਪਿਕਸ ਨੂੰ ਟੱਚ ਕਰ ਰਹੇ ਹਾਂ, ਜਿੱਥੇ ਕੈਲੀਫੋਰਨੀਆ ਦੀ ਐਗਰੀਕਲਚਰਲ ਇੰਡਸਟਰੀ ਦੀ ਗੱਲ ਆਉਂਦੀ ਹੈ। ਤੁਸੀਂ ਬਹੁਤ ਇੰਟਰਸਟਿੰਗ ਅਤੇ ਮੈਂ ਕਹਾਂਗੀ ਅਹਿਮ ਸਾਡੇ ਨਾਲ ਕੁਝ ਡੇਟਾ ਸ਼ੇਅਰ ਕੀਤਾ ਕਿ ਇਸ ਇੰਨੀ ਵੱਡੀ ਇੰਡਸਟਰੀ ਦੇ ਵਿੱਚ $54 ਬਿਲੀਅਨ ਅ ਈਅਰ ਕੈਲੀਫੋਰਨੀਆ ਦਾ ਐਗਰੀਕਲਚਰਲ ਸੈਕਟਰ ਦੀ ਲੇਟੈਸਟ ਰਿਪੋਰਟ ਹੈਗੀ, ਉਹਦੇ ਵਿੱਚ ਕਿੰਨਾ ਵੱਡਾ ਰੋਲ ਸਾਡੀ ਪੰਜਾਬੀ ਫਾਰਮਿੰਗ ਕਮਿਊਨਿਟੀ ਦਾ ਹੈ। ਬਟ ਯੂ ਨੋ ਇਹ ਜੋ ਰੋਲ ਹੈ, ਸਾਨੂੰ ਗੱਲ ਕਰਕੇ ਤਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ, ਗਰਵ ਮਹਿਸੂਸ ਹੁੰਦਾ ਹੈ। ਬਟ ਇਹ ਚੀਜ਼ ਅੱਗੇ ਵੱਧ ਨਹੀਂ ਸਕਦੀ ਜਦੋਂ ਤੱਕ ਅਗਲੀ ਪੀੜ੍ਹੀ ਇਹਨੂੰ ਨਾ ਅਪਣਾਏ, ਇਹਨੂੰ ਨਾ ਅੱਗੇ ਲੈ ਕੇ ਜਾਏ ਜਾਂ ਹੋਰ ਵਧਾਏ, ਭਾਵੇਂ ਉਹ ਮਾਡਰਨ ਫਾਰਮਿੰਗ ਟੈਕਨੀਕਸ ਦੇ ਨਾਲ ਹੋਣ, ਜਿਸ ਤਰ੍ਹਾਂ ਅਸੀਂ ਇਨਵਾਇਰਮੈਂਟਲ ਕੰਜ਼ਰਵੇਸ਼ਨ ਦੀ ਗੱਲ ਕਰ ਰਹੇ ਸੀ, ਜਾਂ ਇੱਕ ਪ੍ਰਾਈਡ ਹੋਏ ਕਿ ਇਹ ਸਾਡੀ ਪਰਿਵਾਰ ਦੀ ਵਿਰਾਸਤ ਹੈ, ਸਾਡੀ ਲੈਗੇਸੀ ਹੈ, ਪੰਜਾਬ ਤੋਂ ਲੈ ਕੇ ਕੈਲੀਫੋਰਨੀਆ ਤੱਕ। ਸੋ ਡਾਕਟਰ ਬਰਾੜ, ਇਸ ਚੀਜ਼ ਨੂੰ ਲੈ ਕੇ ਖਾਸ ਕਰਕੇ ਯੂਥ ਨੂੰ ਇਸ ਪਾਸੇ ਇਨਵੋਲਵ ਕਰਨ ਲਈ ਤੁਸੀਂ ਕੀ ਕਰ ਰਹੇ ਹੋ, ਕੀ ਸੁਝਾਅ ਤੁਸੀਂ ਸਾਨੂੰ ਦੇ ਸਕਦੇ ਹੋ? ਬਿਕੋਜ਼ ਯੂ ਆਰ ਅਸਿਸਟੈਂਟ ਪ੍ਰੋਫੈਸਰ, ਤੁਸੀਂ ਤਾਂ ਯੂਥ ਦੇ ਨਾਲ ਲਗਾਤਾਰ ਜੁੜਦੇ ਹੋ, ਉਹਨਾਂ ਨੂੰ ਮੋਲਡ ਕਰਦੇ ਹੋ, ਸਿਖਾਉਂਦੇ ਹੋ। ਵਾਟ ਡੂ ਵੀ ਨੀਡ ਟੂ ਨੋ ਅਬਾਊਟ ਦਿਸ? ਜੀ, ਯੂਨੀਵਰਸਿਟੀ ਦੇ ਵਿੱਚ ਜਿਹੜੇ ਵੱਡੀ ਉਮਰ ਦੇ ਮੁੰਡੇ ਕੁੜੀਆਂ ਨੇ, ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ ਜੀ, ਪਰ ਨਿੱਜੀ ਤੌਰ ਦੇ ਉੱਤੇ ਇੱਕ ਖਲਾਅ ਮਹਿਸੂਸ ਕਰਦੇ ਸੀਗੇ ਕਿ ਛੋਟੇ ਬੱਚਿਆਂ ਨੂੰ ਖੇਤੀਬਾੜੀ ਦੇ ਨਾਲ ਜਾਂ ਗਾਰਡਨਿੰਗ ਨਾਲ ਜਾਂ ਬੂਟੇ ਉਗਾਉਣ ਦੇ ਨਾਲ ਜੋੜੀਏ। ਤੁਸੀਂ ਗੱਲ ਕੀਤੀ ਕੋਵਿਡ ਦੀ, ਇਹ ਠੀਕ 2 ਸਾਲ ਪਹਿਲਾਂ ਗੱਲ ਤੁਰੀ। ਮਾਰਚ ਦਾ ਇਹੀ ਹਫ਼ਤਾ ਸੀਗਾ ਜਦੋਂ ਦੁਨੀਆ ਭਰ ਦੇ ਵਿੱਚ ਲੋਕਡਾਊਨ ਹੋ ਗਿਆ ਸੀ ਤੇ ਅਸੀਂ ਕਿਤੇ ਜਾ ਨਹੀਂ ਸੀ ਸਕਦੇ, ਮਾਨਸਿਕ ਤੌਰ 'ਤੇ ਸਾਰੇ ਝੰਜੋੜੇ ਗਏ ਸੀ। ਵੈਸੇ ਮੈਂ ਦੱਸ ਦਿਆਂ ਕਿ ਇਹ ਹਫ਼ਤਾ ਜਿਹੜਾ ਮਾਰਚ 20 ਤੋਂ 26 ਤੱਕ ਦਾ, ਇਹ ਅਮਰੀਕਾ ਦੇ ਵਿੱਚ ਨੈਸ਼ਨਲ ਹਾਰਟੀਕਲਚਰ ਥੈਰੇਪੀ ਵੀਕ ਹੈ ਜੀ। ਸੋ ਇਹ ਮਨਾਇਆ ਜਾਂਦਾ ਜੀ। ਸੋ ਇਹ ਹਾਰਟੀਕਲਚਰ ਥੈਰੇਪੀ ਜਿਹੜੀ, ਉਹਨੂੰ ਲੈ ਕੇ ਘਰੇ ਬੱਚਿਆਂ ਦੇ ਨਾਲ ਗਾਰਡਨਿੰਗ ਸ਼ੁਰੂ ਕੀਤੀ ਤਾਂ ਉੱਥੋਂ ਇਹ ਖਿਆਲ ਆਇਆ ਕਿ ਬਹੁਤ ਸਾਰੀਆਂ ਫੈਮਲੀਜ਼ ਨੇ ਜਿਨ੍ਹਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਫਰੈਸ਼ ਫੂਡ ਦੀ ਲੋੜ ਹੈ। ਲੋ ਇਨਕਮ ਫੈਮਲੀਜ਼ ਨੇ, ਬਹੁਤ ਸਾਰੀਆਂ ਕਮਿਊਨਿਟੀ 'ਚ, ਸਾਊਥ ਏਸ਼ੀਅਨ ਕਮਿਊਨਿਟੀ, ਅਫਰੀਕਨ ਅਮਰੀਕਨ, ਹਿਸਪੈਨਿਕਸ, ਸੋ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ। ਖਾਸ ਤੌਰ 'ਤੇ ਬੱਚੇ ਵੀ ਸਕਰੀਨਾਂ ਨਾਲ ਜੁੜੇ ਬੈਠੇ ਸੀ। ਸੋ ਅਸੀਂ ਕੁਝ ਮਿੱਤਰਾਂ ਨੇ ਰਲ ਕੇ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਰਜਿਸਟਰ ਕਰਵਾ ਲਈ, ਜਿਹਦਾ ਨਾਮ ਰੱਖਿਆ ਫਾਰਮਸ ਆਰ ਅਸ, ਜਿਵੇਂ ਟੋਇਜ਼ ਆਰ ਅਸ ਵਰਗੇ ਸਟੋਰ ਹੁੰਦੇ ਆ। ਸੋ ਫਾਰਮਸ ਆਰ ਅਸ ਇਹ ਇੱਕ ਸੰਸਥਾ ਜੀ, ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜਿਹੜੀ ਛੋਟੇ ਬੱਚਿਆਂ ਨੂੰ ਜਾਂ ਸਕੂਲ ਡਿਸਟ੍ਰਿਕਟਸ ਦੇ ਨਾਲ ਕੰਮ ਕਰਕੇ ਛੋਟੇ ਬੱਚਿਆਂ ਨੂੰ ਜਾਂ ਫੈਮਲੀਜ਼ ਨੂੰ ਇਸ ਗਾਰਡਨਿੰਗ ਦੇ ਜਾਂ ਫੂਡ ਪ੍ਰੋਡਕਸ਼ਨ ਦੇ ਕੰਮ ਦੇ ਨਾਲ ਜੋੜਨ ਦੇ ਵਿੱਚ ਮਦਦ ਕਰਦੀ ਹੈ ਜੀ। ਸੋ ਅਸੀਂ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ, ਯੂਨੀਵਰਸਿਟੀ ਦੇ ਐਕਸਪਰਟਸ ਲੈ ਕੇ ਆਉਂਦੇ ਆ ਅਤੇ ਫਾਰਮ ਦੇ ਵਿੱਚ, ਗਾਰਡਨ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਦਿੰਦੇ ਹਾਂ। ਬੱਚੇ ਕੀੜੇ ਮਕੌੜੇ ਫੜਦੇ ਨੇ, ਔਰਗੈਨਿਕ ਬਾਰੇ, ਮਿੱਟੀ ਬਾਰੇ ਜਾਣਕਾਰੀ ਲੈਂਦੇ ਨੇ। ਸੋ ਸਾਡੀ ਕੋਸ਼ਿਸ਼ ਹੈ ਕਿ ਛੋਟੇ ਘਰੇਲੂ ਪੱਧਰ ਦੇ ਉੱਤੇ, ਖਾਸ ਤੌਰ ਦੇ ਉੱਤੇ ਉਹਨਾਂ ਲੋ ਇਨਕਮ ਫੈਮਲੀਜ਼ ਦੇ ਵਿੱਚ ਜਿੱਥੇ ਅਰਬਨ ਫੂਡ ਡੈਜ਼ਰਟਸ ਨੇ, ਉੱਥੇ
ਕੁਝ ਲੋਕ ਆਪਣੇ ਹੱਥਾਂ ਦੇ ਨਾਲ ਬੜੇ ਹੀ ਘੱਟ ਉਜਰ ਦੇ ਨਾਲ ਆਪਣੀ ਫੂਡ ਜਿਹੜੀ ਆਪ ਬਣਾ ਸਕਣ। ਸੋ ਇਹ ਸਾਡਾ ਮਿਸ਼ਨ ਹੈ ਜੀ। I love that urban gardening, right? So ਇਸ ਚੀਜ਼ ਲਈ ਤੁਹਾਨੂੰ ਕੈਲੀਫੋਰਨੀਆ ਦੇ ਵਿੱਚ ਖੁੱਲੇ ਡੁੱਲੇ ਏਰੀਆ ਦੇ ਵਿੱਚ ਰਹਿਣ ਦੀ ਲੋੜ ਨਹੀਂ ਹੈਗੀ। ਜਿਸ ਤਰ੍ਹਾਂ ਅਸੀਂ ਨਿਊਯਾਰਕ ਤੋਂ ਤੁਹਾਡੇ ਨਾਲ ਜੁੜੇ ਹਾਂ, ਸਾਡੇ ਕਿੰਨੇ ਪਰਿਵਾਰ ਇਸ ਤਰ੍ਹਾਂ ਹਨ ਜੋ ਛੋਟੇ ਥਾਵਾਂ 'ਤੇ ਰਹਿੰਦੇ, ਬਟ ਉੱਥੇ ਵੀ ਇੱਕ ਅਰਬਨ ਗਾਰਡਨਿੰਗ ਇੱਕ ਇਹੋ ਜਿਹੀ ਪ੍ਰੈਕਟਿਸ ਬਣ ਸਕਦੀ ਹੈ ਜਿਹਦੇ ਨਾਲ ਤੁਸੀਂ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਉਸ ਮਿੱਟੀ ਨਾਲ ਇੱਕ ਪਿਆਰ ਉਹਨਾਂ ਦਾ ਬਣਾ ਸਕਦੇ ਹੋ, ਜੋ ਅੱਗੇ ਜਾ ਕੇ ਇਸ ਚੀਜ਼ ਨੂੰ ਹੋਰ ਵਧਾ ਸਕਦਾ ਹੈ। ਐਂਡ ਖਾਸ ਕਰਕੇ ਜੋ ਸਾਡੇ ਪਰਿਵਾਰ ਆਲਰੇਡੀ ਇਸ ਪਾਸੇ ਲੱਗੇ ਹੋਏ ਹੈ, ਉਹਨਾਂ ਲਈ ਤਾਂ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਇਸ ਚੀਜ਼ ਦੇ ਵਿੱਚ ਇਨਵੋਲਵ ਕਰਨਾ ਚਾਹੀਦਾ ਹੈ। ਜੋ ਇਹ ਫਾਰਮਸ ਆ ਰਸ ਨਾਨ ਪ੍ਰੋਫਿਟ ਹੈ, ਇਹਦੇ ਵਿੱਚ ਕਿੰਨਾ ਕੁ ਤੁਹਾਨੂੰ ਇੰਟਰਸਟ ਵੇਖਣ ਨੂੰ ਮਿਲ ਰਿਹਾ ਐਂਡ ਕੀ ਲੋਕਾਂ ਦਾ ਰਿਐਕਸ਼ਨ ਰਿਹਾ? ਤੁਸੀਂ ਹਾਰਟੀਕਲਚਰ ਥੈਰੇਪੀ ਦੀ ਗੱਲ ਕੀਤੀ। ਥੈਰੇਪੀ ਇੱਕ ਬਹੁਤ ਮੈਂ ਕਹਾਂਗੀ ਪੋਪੂਲਰ ਇੱਕ ਮਤਲਬ ਕਨਸੈਪਟ ਹੁਣ ਬਣ ਗਿਆ ਹੈ। ਐਂਡ ਯੂ ਨੋ ਜਿਸ ਤਰ੍ਹਾਂ ਤੁਸੀਂ ਕਿਹਾ ਪਿਛਲੇ 2 ਸਾਲ ਇੰਨੇ ਟਰੋਮੈਟਿਕ ਰਹੇ ਹੈ ਪੂਰੀ ਦੁਨੀਆ ਲਈ, ਵੱਖਰੇ ਏਰੀਆਜ਼ ਨੂੰ ਲੈ ਕੇ ਲੋਕੀ ਮਤਲਬ ਥੈਰੇਪਿਸਟਸ ਦੀ ਡਿਮਾਂਡ ਇੰਨੀ ਵੱਧ ਗਈ ਹੈ ਕਿ ਤੁਸੀਂ ਜਾ ਕੇ ਕਿਸੇ ਅਣਜਾਣ ਨੂੰ ਦੱਸੋ ਕਿ ਮੇਰੇ ਨਾਲ ਇਹ ਹੋ ਰਿਹਾ ਜਾਂ ਉਹ ਹੋ ਰਿਹਾ ਹੈ। ਬਟ ਹਾਰਟੀਕਲਚਰ ਥੈਰੇਪੀ ਮਤਲਬ ਜਦੋਂ ਤੁਸੀਂ ਉਹੀ ਤਰ੍ਹਾਂ ਦੀ ਇੱਕ ਸਕੂਨ, ਇੱਕ ਇਨਰ ਪੀਸ ਲੱਭਦੇ ਹੋ, ਯੂ ਨੋ ਉਸ ਮਿੱਟੀ ਨਾਲ ਕਨੈਕਟ ਕਰਕੇ ਜੇ ਤੋਂ ਸਾਡੀ ਰੋਜ਼ੀ ਰੋਟੀ ਆਉਂਦੀ ਹੈ। ਲੋਕਾਂ ਦਾ ਕੀ ਰਿਐਕਸ਼ਨ ਰਿਹਾ ਹੈ, ਖਾਸ ਕਰਕੇ ਬੱਚਿਆਂ ਦਾ, ਜਦੋਂ ਤੁਸੀਂ ਇਹ ਇਨੀਸ਼ੀਏਟਿਵ ਲਾਂਚ ਕੀਤਾ? ਜੀ ਪਿਛਲੇ ਸਾਲ ਸਾਡਾ ਇੱਕ ਪਾਇਲਟ ਪ੍ਰੋਜੈਕਟ ਸੀ। ਅਸੀਂ 1 ਏਕੜ ਜ਼ਮੀਨ ਇੱਥੇ ਲੈ ਕੇ ਕਿਰਾਏ ਤੇ ਉਹਦੇ ਵਿੱਚ ਕਮਿਊਨਿਟੀ ਗਾਰਡਨ ਬਣਾਇਆ। ਤਕਰੀਬਨ 15 ਕੁ ਫੈਮਲੀਜ਼ ਦੇ ਨਾਲ ਅਸੀਂ ਸਟਾਰਟ ਕੀਤਾ, ਕਿਉਂਕਿ ਅਸੀਂ ਪਾਇਲਟ ਪ੍ਰੋਜੈਕਟ ਨੂੰ ਛੋਟੇ ਸਕੇਲ ਦੇ ਉੱਤੇ ਸਟਾਰਟ ਕਰਨਾ ਚਾਹੁੰਦੇ ਸੀ। ਔਰ ਉਹ 15 ਫੈਮਲੀਜ਼ ਸਾਨੂੰ ਵਾਰੀ ਪੁੱਛਦੀਆਂ ਸੀ ਕਿ ਅਗਲੀਆਂ ਈਵੈਂਟ ਕਦੋਂ ਹੈ, ਖਾਸ ਤੌਰ 'ਤੇ ਬੱਚਿਆਂ ਨੂੰ ਲੈ ਕੇ। ਦੂਸਰੀ ਗੱਲ ਇਹ ਵੀ ਕਿ ਜਿਹੜੇ ਅਸੀਂ ਐਕਸਪਰਟ ਬੁਲਾਏ, ਹਰੇਕ ਹਫ਼ਤੇ ਯੂਨੀਵਰਸਿਟੀ ਦੇ ਕੋਈ ਨਾ ਕੋਈ ਐਕਸਪਰਟ ਆਉਂਦੇ ਸੀ, ਉਹ ਐਕਸਪਰਟ ਵੀ ਪੁੱਛਦੇ ਸੀ ਕਿ ਮੈਨੂੰ ਦੁਬਾਰਾ ਬੁਲਾ ਲਓ, ਕਿਉਂਕਿ ਐਕਸਪਰਟਸ ਵੀ ਘਰੇ ਬੈਠੇ ਸੀ ਜੀ। ਸੋ ਉਹਨਾਂ ਪਾਸਿਆਂ ਤੋਂ ਇੱਦਾਂ ਰਿਸਪੌਂਸ ਆਇਆ ਕਿ ਉਹਨਾਂ ਨੂੰ ਬਾਹਰ ਜਾ ਕੇ ਖੁੱਲੀ ਹਵਾ ਦੇ ਵਿੱਚ ਔਰ ਬੱਚਿਆਂ ਨੂੰ ਮਿੱਟੀ ਨਾਲ ਖੇਡਣ ਦਾ ਮੌਕਾ ਮਿਲਿਆ। ਔਰ ਉਹਦੇ ਵਿੱਚ ਸਾਡੀ ਕਮਿਊਨਿਟੀ ਦੀਆਂ ਫੈਮਲੀਜ਼ ਵੀ ਸੀ, ਹੋਰ ਕਮਿਊਨਿਟੀ ਦੀਆਂ ਫੈਮਲੀਜ਼ ਵੀ ਸੀ। ਔਰ ਬੱਚਿਆਂ ਨੇ ਹੁਣ ਵੀ ਉਹ ਫੈਮਲੀਜ਼ ਟੈਕਸਟ ਕਰਦੀਆਂ ਨੇ ਕਿ ਇਸ ਸੀਜ਼ਨ ਦਾ ਕੀ ਪ੍ਰੋਗਰਾਮ ਹੈ, ਕਿਸ ਤਰ੍ਹਾਂ ਦੀਆਂ ਈਵੈਂਟਸ ਹੋਣਗੀਆਂ। ਤੁਸੀਂ ਪੰਜਾਬੀ ਫੈਮਲੀਜ਼ ਨੂੰ ਲੈ ਕੇ ਗੱਲ ਕੀਤੀ ਜੀ। ਮੇਰੀਆਂ ਉਦਾਹਰਨਾਂ, ਕਿਉਂਕਿ ਮੈਂ ਰੁੱਖਾਂ ਬੂਟਿਆਂ ਨਾਲ ਕੰਮ ਕਰਦਾ, ਮੇਰੀਆਂ ਉਦਾਹਰਨਾਂ ਰੁੱਖਾਂ ਨਾਲ ਹੀ ਜੁੜੀਆਂ ਹੁੰਦੀਆਂ। ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬੀ ਕਮਿਊਨਿਟੀ ਦੀ, ਤਾਂ ਆਮ ਤੌਰ 'ਤੇ ਸਾਡੇ ਪਰਿਵਾਰਾਂ ਦੇ ਵਿੱਚ ਇਹ ਹੁੰਦਾ, ਅਸੀਂ ਕਹਿ ਦਿੰਦੇ ਹਾਂ ਕਿ ਇਹ ਤਾਂ ਸਾਡੇ DNA 'ਚ ਹੀ ਹੈ, ਕਿਉਂਕਿ ਫਾਰਮਿੰਗ ਅਸੀਂ 1500 ਸਾਲਾਂ ਤੋਂ ਕਰ ਰਹੇ ਹਾਂ, ਤਾਂ ਸਾਡੇ DNA ਦੇ ਵਿੱਚ ਹੀ ਹੈ। ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ DNA ਦੇ ਨਾਲ ਉਹ ਮਾਹੌਲ ਤੇ এনवायरमेंट ਵੀ ਜ਼ਰੂਰੀ ਹੁੰਦਾ ਹੈ। ਜਿਵੇਂ ਮੇਰੀ ਉਦਾਹਰਨ ਹੈ ਜੀ, ਕਿ ਆਪਾਂ ਜਾਣਦੇ ਹਾਂ ਕਿ ਬਦਾਮਾਂ ਦੇ ਬੂਟੇ ਨੂੰ ਚਿੱਟੇ ਸੋਹਣੇ ਫੁੱਲ ਪੈਂਦੇ ਆ, ਬੜੇ ਸੋਹਣੇ ਆ, ਕਿਉਂਕਿ ਉਹ ਬੂਟੇ ਦੇ DNA ਵਿੱਚ ਆ। ਪਰ ਜੇ ਉਸੇ ਬੂਟੇ ਤੁਸੀਂ ਬ੍ਰਾਜ਼ੀਲ ਦੇ ਵਿੱਚ ਐਮਾਜ਼ਨ ਦੇ ਜੰਗਲਾਂ ਦੇ ਵਿੱਚ ਲਾ ਦਿਆਂਗੇ ਤਾਂ ਫੁੱਲਾਂ ਦੀ ਗੱਲ ਛੱਡੋ, ਉਹਨੂੰ ਪੱਤੇ ਵੀ ਨਹੀਂ ਲੱਗਣਗੇ। ਸੋ ਇਸ ਕਰਕੇ ਬੱਚਿਆਂ ਨੂੰ ਉਹ ਮਾਹੌਲ ਦੇਣਾ ਹੈ, ਇਸੇ ਕਰਕੇ ਹੀ ਉਹ ਗੱਲ ਅੱਗੇ ਤੁਰਨੀ ਹੈ ਜੀ। ਐਬਸੋਲੂਟਲੀ, ਆਈ ਲਵ ਦਿਸ ਐਗਜ਼ਾਮਪਲ ਕਿ ਮਾਹੌਲ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ DNA ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨੇਚਰ ਵਰਸਸ ਨਰਚਰ। ਮਾਹੌਲ ਦੀ ਅਸੀਂ ਗੱਲ ਕਰ ਰਹੇ ਹਾਂ। ਯੂ ਨੋ ਡਾਕਟਰ ਬਰਾੜ, ਜੋ ਮੇਰਾ ਨੈਕਸਟ ਤੁਹਾਡੇ ਲਈ ਸਵਾਲ ਹੈਗਾ, ਉਹ ਉਸ ਮਾਹੌਲ ਨੂੰ ਲੈ ਕੇ ਹੈ ਜੋ ਸਾਡੇ ਸਾਰਿਆਂ ਦੇ ਮਤਲਬ ਇੱਕ ਦਿਲ ਦੀ ਇੱਕ ਦੁੱਖ ਦੀ ਰਗ ਅਸੀਂ ਕਹਿ ਸਕਦੇ ਹਾਂ। ਐਂਡ ਆਫ ਕੋਰਸ ਆਮ ਟਾਕਿੰਗ ਅਬਾਊਟ ਜੋ ਪੰਜਾਬ ਦੀ ਇਸ ਵੇਲੇ ਐਗਰੀਕਲਚਰਲ ਕ੍ਰਾਈਸਿਸ ਚੱਲ ਰਹੀ। ਐਂਡ ਆਈ ਨੋ ਇਹਦੇ ਉੱਤੇ ਤਾਂ ਇਸ ਟੌਪਿਕ 'ਤੇ ਤਾਂ ਕਿੰਨੇ ਸ਼ੋਜ਼ ਅਕੇਲੇ ਇਸ ਟੌਪਿਕ 'ਤੇ ਹੋ ਸਕਦੇ, ਬਟ ਆਈ ਵਾਂਟ ਟੂ ਗੈਟ ਸਮ ਥਾਟਸ ਫਰਮ ਯੂ। ਅਨਫੋਰਚੂਨੇਟਲੀ ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ ਇੱਥੇ ਸਮਾਂ ਹੋ ਗਿਆ। ਸੋ ਡਾਕਟਰ ਬਰਾੜ, ਬੇਨਤੀ ਕਰਦੇ ਹਾਂ ਜੁੜੇ ਰਹੋ। ਵਿਊਅਰਸ ਤੁਸੀਂ ਵੀ ਜੁੜੇ ਰਹੋ। ਅਗਰ ਤੁਹਾਡੇ ਕੋਲ ਕੋਈ ਕੁਐਸਚਨਸ ਕਮੈਂਟਸ ਹਨ, ਤੁਸੀਂ ਜ਼ਰੂਰ ਕਾਲ ਕਰਕੇ ਸ਼ੋਅ ਦੇ ਵਿੱਚ ਹਿੱਸਾ ਲੈ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਲਾਈਵ ਪ੍ਰੋਗਰਾਮ। ਅੱਜ ਦਾ ਮੁੱਦਾ ਸਾਡੇ ਨਾਲ ਜੁੜੇ ਹਨ ਕੈਲੀਫੋਰਨੀਆ ਤੋਂ ਡਾਕਟਰ ਗੁਰੀਤ ਬਰਾੜ, ਅਸਿਸਟੈਂਟ ਪ੍ਰੋਫੈਸਰ ਐਟ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫ੍ਰੈਜ਼ਨੋ। ਡਾਕਟਰ ਬਰਾੜ, ਆਈ ਡੋਂਟ ਹੈਵ ਅ ਲੋਟ ਆਫ ਟਾਈਮ ਐਂਡ ਆਫ ਕੋਰਸ ਜੋ ਸਾਡਾ ਅੱਜ ਦਾ ਟੌਪਿਕ ਸੀਗਾ ਉਹ ਇੱਕ ਪ੍ਰੋਗਰਾਮ ਦੇ ਵਿੱਚ ਬਿਲਕੁਲ ਨਹੀਂ ਕਵਰ ਹੋ ਸਕਦਾ, ਬਟ ਜਾਂਦੇ ਜਾਂਦੇ ਮੈਂ ਚਾਹਾਂਗੀ ਜ਼ਰੂਰ ਤੁਸੀਂ ਸਾਨੂੰ ਇੱਕ ਕਮੈਂਟ ਦੇ ਕੇ ਜਾਓ ਫਰੋਮ ਦ ਸਾਇੰਸ ਪਰਸਪੈਕਟਿਵ, ਜਿਹਦੀ ਸ਼ਾਇਦ ਹੋਰ ਵੀ ਜ਼ਿਆਦਾ ਲੋੜ ਹੈ ਅੱਜ ਦੀ ਡੇਟ ਦੇ ਵਿੱਚ, ਮੋਰ ਦੈਨ ਪੋਲੀਟਿਕਸ। ਸਾਇੰਸ ਪਰਸਪੈਕਟਿਵ
ਪਰਸਪੈਕਟਿਵ ਤੋਂ ਪੰਜਾਬ ਦੀ ਐਗਰੀਕਲਚਰਲ ਕ੍ਰਾਈਸਿਸ ਦੇ ਵਿੱਚ ਕਿਸ ਤਰ੍ਹਾਂ ਦਾ ਸੁਝਾਅ ਆਉਣਾ ਚਾਹੀਦਾ, ਸਾਨੂੰ ਐਕਸਪੈਕਟ ਕਰਨਾ ਚਾਹੀਦਾ ਹੈ ਅਗਰ ਅਸੀਂ ਕੋਈ ਐਕਚੁਅਲ ਪ੍ਰੋਗਰੈਸ ਜਾਂ ਬਦਲਾਵ ਲੈ ਕੇ ਆਉਣਾ ਚਾਹੁੰਦੇ ਇਸ ਕ੍ਰਾਈਸਿਸ ਦੇ ਵਿੱਚ? ਜੀ ਅਸ਼ਮਿਤਾ, ਜਿਹੜੀ ਪੰਜਾਬ ਦੀ ਸਾਡੀ ਲੜਾਈ ਸੀ ਖੇਤੀਬਾੜੀ ਅਰਥਚਾਰੇ ਨੂੰ ਬਚਾਉਣ ਦੀ, ਉਹ ਅਸਲ ਦੇ ਵਿੱਚ ਇਹ ਨਹੀਂ ਸੀ ਕਿ MSP ਜਿਹੜੀ ਸਾਨੂੰ ਮਿਲਦੀ ਹੈ ਤੇ ਉਹਨੂੰ ਅਸੀਂ ਬਚਾ ਲਈਏ ਤੇ ਉਸੇ ਨਾਲ ਅਸੀਂ ਖੁਸ਼ ਹਾਂ। ਸਾਨੂੰ ਰਿਫਾਰਮਸ ਚਾਹੀਦੇ ਨੇ। ਅਸੀਂ ਫੂਡ ਗ੍ਰੇਨਸ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹਾਂ, ਅਸੀਂ MSP ਦੇ ਚੱਕਰ ਦੇ ਵਿੱਚ ਹੀ ਨਹੀਂ ਫਸਣਾ ਚਾਹੁੰਦੇ। ਦਰਅਸਲ ਨਿੱਜੀ ਜਿਹੜਾ ਪ੍ਰਾਈਵੇਟ ਸੈਕਟਰ ਹੈਗਾ ਕੈਲੀਫੋਰਨੀਆ ਦੇ ਵਿੱਚ ਵੀ ਪ੍ਰਾਈਵੇਟ ਕੰਪਨੀਜ਼ ਐਗਰੀ ਬਿਜ਼ਨਸ ਕਰਦੀਆਂ ਨੇ। ਸਮਾਲ ਤੇ ਮੀਡੀਅਮ ਫਾਰਮਰ ਆ ਜਿਹੜੇ ਉਹ ਇਹਨੂੰ ਐਗਰੀਕਲਚਰ ਬਿਜ਼ਨਸ ਵਾਂਗੂ ਲੈਂਦੇ ਨੇ ਜੀ। ਤਾਂ ਮੈਂ ਕਹਿੰਦਾ ਹੁੰਦਾ ਕਿ ਪੰਜਾਬ ਦਾ ਖੇਤੀ ਅਰਥਚਾਰਾ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਜਾਣਾ ਚਾਹੀਦਾ। ਹੁਣ ਤੁਸੀਂ ਹੈਰਾਨ ਹੋਵੋਗੇ ਵੀ ਇਹ ਕਿਉਂ, ਪਰ ਮੈਂ ਇਹ ਕਹਿੰਦਾ ਕਿ ਉਹ ਕੰਪਨੀਆਂ ਹੋਣ, ਉਹ ਕੋਈ ਮੁੰਬਈ ਤੋਂ ਕੋਈ ਵੱਡੇ ਕਾਰਪੋਰੇਟ ਘਰਾਣੇ ਨਾ ਹੋਣ, ਉਹ ਸਾਡੇ ਪੁੱਤਰ ਧੀਆਂ ਹੋਣ ਜਿਹੜੇ ਇੱਥੇ ਕੰਪਨੀਜ਼ ਬਣਾਉਣ। ਤੇ ਸਰਕਾਰ ਦਾ ਕੰਮ ਹੈ ਕਿ ਸਾਨੂੰ ਐਕਸਪੋਰਟ ਦੇ ਵਿੱਚ, ਮਾਰਕੀਟਿੰਗ ਦੇ ਵਿੱਚ ਫੈਸਿਲੀਟੇਟ ਕਰੇ, ਇੱਕ ਹੈਲਥੀ ਕੰਪੀਟੀਸ਼ਨ ਕ੍ਰੀਏਟ ਕਰੇ। ਪੰਜਾਬ ਦੀ ਧਰਤੀ ਸੋਨਾ ਉਗਾ ਸਕਦੀ ਹੈ। ਡਾਇਵਰਸਿਫਿਕੇਸ਼ਨ, ਬਹੁਤ ਸਾਰੇ ਫਰੂਟਸ ਨੇ, ਬਹੁਤ ਸਾਰੀਆਂ ਸਬਜ਼ੀਆਂ ਨੇ, ਅਰਬਸ ਨੇ, ਜਿਹਦੇ ਵਿੱਚ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਸਰਕਾਰ ਦਾ ਕੰਮ ਇੱਕ ਫੈਸਿਲੀਟੇਟਿਵ ਰੋਲ ਵਜੋਂ ਹੋਣਾ ਚਾਹੀਦਾ, ਨਾ ਕਿ ਰਾਤੋਂ ਰਾਤ ਕੋਈ ਇਦਾਂ ਦੀ ਚੀਜ਼ ਲਿਆ ਕੇ ਕਿ ਇੱਕ ਗਲਬਾ ਜਿਹੜਾ ਉਹ ਸਾਰੇ ਅਰਥਚਾਰੇ ਦੇ ਵਿੱਚ ਹੋਵੇ। ਸਾਨੂੰ ਸਮਾਲ ਫਾਰਮ ਨੂੰ ਬਚਾਉਣ ਦੀ ਲੋੜ ਹੈ। ਸਾਡੇ ਕੋਲੇ ਬਾਬੇ ਨਾਨਕ ਦਾ ਖੇਤੀਬਾੜੀ ਦਾ ਮਾਡਲ ਹੈਗਾ। ਸਾਡਾ ਭਵਿੱਖ ਬਹੁਤ ਰੌਸ਼ਨ ਹੈ। ਗੱਲ ਹੈ ਸਿਰਫ ਪਾਲਿਸੀ ਨੂੰ 100 ਸਾਲਾ ਪਾਲਿਸੀ, 200 ਸਾਲਾ ਪਾਲਿਸੀ ਬਣਾਉਣ ਦੀ। ਜੀ ਡਾਕਟਰ ਬਰਾੜ, ਤੁਸੀਂ ਕਿੰਨੇ ਕਮ ਲਫ਼ਜ਼ਾਂ ਦੇ ਵਿੱਚ ਕਿੰਨਾ ਕੁਝ ਕਹਿ ਗਏ ਇੰਨੀ ਵੱਡੀ ਸਮੱਸਿਆ ਨੂੰ ਲੈ ਕੇ। ਜ਼ਰੂਰ ਬੇਨਤੀ ਕਰਦੇ ਹਾਂ ਤੁਸੀਂ ਸਾਡੇ ਨਾਲ ਫਿਰ ਜੁੜੋ। ਇਹੋ ਜਿਹੀ ਜਾਣਕਾਰੀ ਜੋ ਤੁਸੀਂ ਅੱਜ ਐਕਸਪਰਟੀਜ਼ ਵੱਖ-ਵੱਖ ਏਰੀਆਜ਼ ਦੇ ਵਿੱਚ ਸਾਡੇ ਨਾਲ ਸਾਂਝੀ ਕੀਤੀ ਹੈ, ਖਾਸ ਕਰਕੇ ਕੈਲੀਫੋਰਨੀਆ ਦੀ ਐਗਰੀਕਲਚਰ ਇੰਡਸਟਰੀ ਨੂੰ ਲੈ ਕੇ, ਇਨਵੈਲਿਊਬਲ for us at this time. Thank you so much for your time, Dr. Barad. See you back again soon. But ਅੱਜ ਇਸ ਸ਼ਾਮ ਦੇ ਪ੍ਰੋਗਰਾਮ ਲਈ ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸੋ ਗੁੱਡ ਟੂ ਟਾਕ ਅਬਾਊਟ ਖਾਸ ਕਰਕੇ ਕੈਲੀਫੋਰਨੀਆ ਦੀ ਜੋ ਖੇਤੀਬਾੜੀ ਦੀ ਇੰਡਸਟਰੀ ਹੈ, ਕੀ ਸਾਡੀ ਕਮਿਊਨਿਟੀ ਦਾ ਰੋਲ ਰਿਹਾ ਹੈ। ਆਫ ਕੋਰਸ ਤੁਸੀਂ ਅਗਰ ਸਾਡੇ ਗੈਸਟ ਲਈ ਜਾਂ ਸਾਡੇ ਲਈ ਕੋਈ ਕੁਐਸਚਨਸ ਰੱਖਣਾ ਚਾਹੁੰਦੇ ਹੋ, ਉਹਦੀ ਵੀ ਮੈਂ ਤੁਹਾਨੂੰ ਜਾਣਕਾਰੀ ਦੇਵਾਂਗੀ। ਬਟ ਉਸ ਤੋਂ ਪਹਿਲੇ ਇੱਕ ਇੰਪੋਰਟੈਂਟ ਅਨਾਊਂਸਮੈਂਟ ਕਰਨਾ ਚਾਹੁੰਦੇ ਹਾਂ। ਸਾਡੀ ਕਮਿਊਨਿਟੀ ਦੀ ਜੋ ਸੇਵਾ ਰਹੀ ਹੈ ਇਸ ਯੂਕਰੇਨ ਕ੍ਰਾਈਸਿਸ ਦੇ ਵਿੱਚ, ਉਹ ਬਹੁਤ ਵੱਧ ਚੜ੍ਹ ਕੇ ਵੇਖਣ ਨੂੰ ਮਿਲੀ ਹੈ। ਅਤੇ ਮੈਂ ਤੁਹਾਨੂੰ ਇੱਕ ਅਪਕਮਿੰਗ ਇਵੈਂਟ ਬਾਰੇ ਦੱਸਣਾ ਚਾਹੁੰਦੀ ਹਾਂ। ਇੱਕ ਇੰਸਟਾਗ੍ਰਾਮ ਦਾ ਅਕਾਊਂਟ ਹੈ, ਸਾਡੀ ਯੂਥ ਉਹਨੂੰ ਚਲਾ ਰਹੀ ਹੈ, ਜਸਲੀਨ ਕੌਰ ਸੋਢੀ। ਅਕਾਊਂਟ ਦਾ ਨਾਮ ਹੈਗਾ ਸਿਗਨੀਫੀਕੈਂਟ, ਜਿੱਥੇ ਅਸੀਂ ਸਿਗਨੀਫੀਕੈਂਟ ਕਹਿੰਦੇ ਹਾਂ, ਸਿਗਨੀਫੀਕੈਂਟ। ਇੰਸਟਾਗ੍ਰਾਮ 'ਤੇ ਅਕਾਊਂਟ ਕਾਫੀ ਐਕਟਿਵ ਹੈ, ਸਿੱਖ ਹੱਕਾਂ ਦੀ, ਸਿਵਲ ਰਾਈਟਸ ਦੀ ਗੱਲ ਕਰਦਾ ਹੈ, ਸਿੱਖ ਮਸਲਿਆਂ ਦੀ ਗੱਲ ਕਰਦਾ ਹੈ। ਐਂਡ ਜਸਲੀਨ ਕੌਰ ਕੱਲ੍ਹ ਲੈ ਕੇ ਆ ਰਹੀ ਹੈ ਲਾਈਵ, ਜੋ ਕਿ ਆਈ ਸ਼ੁਡ ਮੈਂਸ਼ਨ ਸਿਰਫ ਇੱਕ ਹਾਈ ਸਕੂਲ ਸਟੂਡੈਂਟ ਹੈਗੀ ਫਲੋਰੀਡਾ ਦੇ ਵਿੱਚ, ਸੋ ਯੂਥ ਨੂੰ ਇੱਥੇ ਸਪੋਰਟ ਕਰਨਾ ਬਹੁਤ ਜ਼ਰੂਰੀ ਹੈ। ਲੈ ਕੇ ਆ ਰਹੀ ਹੈ ਹਰਬੀਰ ਕੌਰ ਭਾਟੀਆ ਨੂੰ, ਜੋ ਕਿ ਇਸ ਵੇਲੇ ਯੂਕਰੇਨ ਪਹੁੰਚੇ ਹੋਏ ਹੈ। ਐਂਡ ਉਹਨਾਂ ਦੇ ਨਾਲ ਲਾਈਵ ਗੱਲ ਹੋਏਗੀ, ਯੂਕਰੇਨੀ ਪੋਲੈਂਡ ਪਹੁੰਚੇ ਹੋਏ ਹੈ, ਉਹਨਾਂ ਦੇ ਨਾਲ ਲਾਈਵ ਗੱਲ ਹੋਏਗੀ ਕਿ ਯੂਕਰੇਨ ਪੋਲੈਂਡ ਦੇ ਬਾਰਡਰ 'ਤੇ ਕੀ ਕੁਛ ਟ੍ਰੈਜਡੀਜ਼, ਐਟਰੋਸਿਟੀਜ਼ ਵੇਖਣ ਨੂੰ ਮਿਲ ਰਹੀਆਂ, ਕਿਸ ਤਰ੍ਹਾਂ ਰੈਫਿਊਜੀਜ਼ ਆ ਰਹੇ ਹੈ, ਐਂਡ ਜੋ ਕੈਂਪਸ ਰੈਫਿਊਜੀਜ਼ ਲਈ ਬਣਾਏ ਗਏ ਹੈ ਉਹਨਾਂ ਦੀ ਕੀ ਸਥਿਤੀ ਹੈਗੀ। ਖਾਸ ਕਰਕੇ ਯੂਨਾਈਟਿਡ ਸਿੱਖਸ ਜੋ ਸੰਸਥਾ ਹੈਗੀ, ਉਹਨਾਂ ਦਾ ਕੀ ਰੋਲ ਰਿਹਾ। ਉਹਨਾਂ ਦੇ ਬਹੁਤ ਵੱਡੇ ਕੁਛ ਟੈਂਟ ਅਤੇ ਰੈਫਿਊਜੀ ਵੈਲਕਮ ਸੈਂਟਰਸ ਲੱਗੇ ਹੋਏ ਹੈ, ਉਹ ਇੱਕ ਬਹੁਤ ਵੱਡਾ ਰੋਲ ਪਲੇ ਕਰ ਰਹੇ ਹੈ। ਐਂਡ ਉਹਨਾਂ ਨੂੰ ਸਪੋਰਟ ਕਰਨ ਲਈ ਅਤੇ ਹੋਰ ਜਾਣਕਾਰੀ ਸ਼ੇਅਰ ਕਰਨ ਲਈ ਇਹ ਕੱਲ੍ਹ ਇੰਸਟਾਗ੍ਰਾਮ 'ਤੇ ਲਾਈਵ ਹੋ ਰਿਹਾ। ਅਕਾਊਂਟ ਦਾ ਨਾਂ ਇੱਕ ਵਾਰੀ ਫਿਰ ਹੈਗਾ ਸਿਗਨੀਫੀਕੈਂਟ। ਹਰਬੀਰ ਕੌਰ ਭਾਟੀਆ ਨੂੰ ਆਈ ਥਿੰਕ ਤੁਸੀਂ ਸਾਰੇ ਜਾਣਦੇ ਹੋ, ਇਨਵੋਲਵਡ ਇਨ ਲੋਕਲ ਪੋਲਿਟਿਕਸ ਇਨ ਕੈਲੀਫੋਰਨੀਆ। ਇਸ ਵੇਲੇ ਪੋਲੈਂਡ ਪਹੁੰਚੇ ਹੋਏ ਹੈ। ਸੈਂਟਾ ਕਲੈਰਾ ਕਾਊਂਟੀ ਦੇ ਸੁਪਰਵਾਈਜ਼ਰ ਕੈਲੀਫੋਰਨੀਆ ਦੇ ਵਿੱਚ ਹੈਗੇ, ਬਟ ਇਸ ਵੇਲੇ ਪੋਲੈਂਡ ਤੋਂ ਉਹ ਲਾਈਵ ਜੁੜਨਗੇ ਕੱਲ੍ਹ ਜਸਲੀਨ ਕੌਰ ਦੇ ਨਾਲ ਔਨ ਇੰਸਟਾਗ੍ਰਾਮ, ਸੋ ਚੈੱਕ ਦੈਟ ਆਊਟ। ਇੱਥੇ ਹੀ ਹੁਣ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਇੱਕ ਵਾਰੀ ਫਿਰ ਸਾਡੇ ਲਈ, ਸਾਡੇ ਗੈਸਟ ਦੇ ਕੋਈ ਕੁਐਸਚਨਸ, ਕਮੈਂਟਸ, ਕੰਸਰਨ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।